ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ ਤੇ ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਗੁੱਟਬਾਜੀ ਤੇ ਉਹਨਾਂ ਦੇ ਜਿਹੜੇ ਪ੍ਰਮੁੱਖ ਆਗੂ ਰਹੇ ਪਿਛਲੇ ਸਮੇਂ 'ਚ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਜਿਹੜੇ ਕਿ 2017 ਦੀਆਂ ਚੋਣਾਂ ਦੇ ਵਿੱਚ ਮੁੱਖ ਚਿਹਰਾ ਸੀਗੇ ਤੇ ਲੀਡਰਾਂ ਦੇ ਲੀਡਰ ਸੀ। ਤੇ ਇਸ ਵੇਲੇ ਕਾਂਗਰਸ ਦੇ ਅੰਦਰ ਜਿਹੜੀ ਪੁਰਾਣੀ ਸਥਾਪਿਤ ਲੀਡਰਸ਼ਿਪ ਸੀ ਉਹ ਨਹੀਂ ਰਹੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਨੇ ਆਪ ਹੀ ਉਹਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਤੇ ਦੂਸਰੇ ਪਾਸੇ ਸੁਨੀਲ ਜਾਖੜ ਇਸ ਗੱਲ ਤੋਂ ਬੜੇ ਨਾਰਾਜ਼ ਹੋਏ ਕਿ ਉਹਨਾਂ ਨੂੰ ਪਾਰਟੀ ਨੇ ਚੀਫ ਮਿਨਿਸਟਰ ਨਹੀਂ ਬਣਾਇਆ ਤੇ ਚਰਨਜੀਤ ਸਿੰਘ ਚੰਨੀ ਨੂੰ ਬਣਾਤਾ। ਉਹਨਾਂ ਦਾ ਇਹ ਦਰਦ ਬਾਰ-ਬਾਰ ਝਲਕਦਾ ਸੀ ਤਾਂ ਆਖਰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਕਰ ਲਿਆ। ਤੇ ਦੂਸਰੇ ਪਾਸੇ ਜਿਹੜੇ ਪ੍ਰਮੁੱਖ ਆਗੂ ਸੀਗੇ ਸੁਨੀਲ ਜਾਖੜ ਹੋਣਾ ਦੇ ਨੂੰ ਪ੍ਰਧਾਨਗੀ ਤੋਂ ਲਾਹ ਕੇ ਤੇ ਉਹਨਾਂ ਦੀ ਥਾਂ ਪ੍ਰਧਾਨ ਬਣਾਇਆ ਗਿਆ ਸੀ ਨਵਜੋਤ ਸਿੰਘ ਸਿੱਧੂ ਹੋਣੀ, ਉਹ ਵੀ ਆਪਣੀ ਜਿਹੜੀਆਂ ਪੁਰਾਣਾ ਇੱਕ ਕੇਸ ਸੀਗਾ ਉਹਦੇ ਕਰਕੇ 1 ਸਾਲ ਦੀ ਸਜ਼ਾ ਸੁਪਰੀਮ ਕੋਰਟ ਨੇ ਉਹਨਾਂ ਨੂੰ ਸੁਣਾਈ ਤੇ ਉਹ ਜੇਲ੍ਹ ਚਲੇ ਗਏ। ਤੇ ਇਸ ਵੇਲੇ ਹੁਣ ਜਿਹੜੀ ਸਥਾਪਿਤ ਲੀਡਰਸ਼ਿਪ ਸੀ ਪਹਿਲੀ, ਉਹ ਸਾਰੀ ਕਾਂਗਰਸ ਦੇ ਜਿਹੜੀ ਮੁੱਖਰਲੀ ਮੋਹਰਲੀਆਂ ਸਫਾਂ ਸੀ ਉਹਨਾਂ ਤੋਂ ਪਾਸੇ ਹੋ ਗਈ। ਤਾਂ ਹਾਈ ਕਮਾਂਡ ਨੇ ਜਿਹੜੀ ਨਵੀਂ ਲੀਡਰਸ਼ਿਪ ਬਣਾਈ ਹੈ ਉਹ ਪਹਿਲਾਂ ਤਾਂ ਬਕਾਇਦਾ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੀ ਅਨੁਸ਼ਾਸਨੀ ਕਾਰਵਾਈ ਦੀ ਗੱਲ ਕਰਦੀ ਸੀ, ਸੁਨੀਲ ਜਾਖੜ ਦੇ ਖਿਲਾਫ ਤਾਂ ਕਾਰਵਾਈ ਹੋ ਹੀ ਗਈ, ਪਰ ਹੁਣ ਉਹਨਾਂ ਨੇ ਆਪਣਾ ਜਿਹੜਾ ਇਹ ਸਾਰਾ ਰੁਖ ਸੀਗਾ ਜਦੋਂ ਉਹ ਜੇਲ੍ਹ ਗਏ ਆ ਨਵਜੋਤ ਸਿੱਧੂ ਹੋਣੀ ਤਾਂ ਬਦਲ ਲਿਆ। ਹਾਈ ਕਮਾਂਡ ਨੇ ਵੀ ਉਹਨਾਂ ਪ੍ਰਤੀ ਨਰਮ ਵਤੀਰਾ ਅਖਤਿਆਰ ਕਰ ਲਿਆ ਤੇ ਉਹਦੇ ਨਾਲ ਬਕਾਇਦਾ ਹਮਦਰਦੀ ਪ੍ਰਗਟ ਕੀਤੀ ਗਈ ਨਵਜੋਤ ਸਿੰਘ ਸਿੱਧੂ ਦੇ ਨਾਲ, ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਬਕਾਇਦਾ ਜਿਹੜੇ LOP ਦੇ ਲੀਡਰ ਹੈਗੇ ਆ ਪ੍ਰਤਾਪ ਬਾਜਵਾ, ਉਹਨਾਂ ਨੇ ਉਹਨਾਂ ਨਾਲ ਆਪਣੀ ਏਕਤਾ ਜਿਹੜੀ ਆ ਉਹ ਵੀ ਪ੍ਰਗਟ ਕੀਤੀ ਤੇ ਆਪਦੀਆਂ ਜਿਹੜੀਆਂ ਹਮਦਰਦੀ ਸੀ ਉਹ ਵੀ ਉਹਨਾਂ ਨੇ ਪ੍ਰਗਟਾਈ। ਤਾਂ ਸੋ ਇਹ ਸਾਰੀ ਜਿਹੜੀ ਸਥਿਤੀ ਬਣੀ ਹੈ, ਉਹ ਸਥਿਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲਗਾਤਾਰ ਕੋਸ਼ਿਸ਼ ਹੈ ਕਿ ਜਿਹੜੇ ਕਾਂਗਰਸ ਦੇ ਪ੍ਰਮੁੱਖ ਆਗੂ ਰਹੇ ਆ ਉਹ ਜੇ ਉਹਨਾਂ ਦੀ ਪਾਰਟੀ 'ਚ ਆ ਕੇ ਸ਼ਾਮਲ ਹੋ ਜਾਂਦੇ ਆ ਤੇ ਉਹਨਾਂ ਦੀ ਪਾਰਟੀ ਨੂੰ ਇੱਥੇ ਹਲਾਰਾ ਮਿਲੇਗਾ, ਮਜ਼ਬੂਤੀ ਮਿਲੇਗੀ, ਤਾਕਤ ਮਿਲੇਗੀ, ਤਾਂ ਉਹ ਆਉਣ ਵਾਲੇ ਸਮੇਂ 'ਚ ਰਾਜਸੀ ਤੌਰ ਤੇ ਚੰਗਾ ਜਿਹੜਾ ਇਸ ਦਾ ਫਾਇਦਾ ਲੈ ਸਕਦੇ। ਉਸੇ ਸੰਦਰਭ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਖਬਾਰਾਂ ਦੇ ਵਿੱਚ ਬਕਾਇਦਾ ਖਬਰਾਂ ਆ ਰਹੀਆਂ, ਲੱਗ ਰਹੀਆਂ, ਔਰ ਉਹਨਾਂ ਖਬਰਾਂ 'ਚ ਇਸ ਗੱਲ ਦਾ ਜ਼ਿਕਰ ਹੈ ਕਿ ਕਾਂਗਰਸ ਦੇ ਜਿਹੜੇ ਉੱਚ ਆਗੂ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਹੁਣ ਆਉਣ ਵਾਲੇ ਸਮੇਂ 'ਚ ਕਾਂਗਰਸ ਪਤਾ ਨਹੀਂ ਸੱਤਾ ਵਿੱਚ ਆਏਗੀ ਜਾਂ ਨਹੀਂ ਆਏਗੀ, ਤਾਂ ਉਹਨਾਂ ਨੇ ਆਪਣੇ ਆਪ 'ਚ ਮਾਯੂਸ ਹੋ ਕੇ ਤੇ ਭਾਰਤੀ ਜਨਤਾ ਪਾਰਟੀ ਵੱਲ ਮੂੰਹ ਕੀਤਾ ਹੋਇਆ। ਤੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਉਹਦੇ ਮੁਤਾਬਕ ਜਿਹੜੇ 4 ਮੰਤਰੀ ਤੇ 3-4 ਜਿਹੜੇ ਸੰਸਦ ਮੈਂਬਰ ਹੈ ਮੌਜੂਦਾ, ਉਹਨਾਂ ਦਾ ਮਨ ਵੀ ਹੌਲੀ-ਹੌਲੀ ਜਿਹੜਾ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਲਈ ਬਣ ਰਿਹਾ। ਇੱਕ ਤਾਂ ਉਹਨਾਂ ਲਈ ਸੁਨੀਲ ਜਾਖੜ ਉਹਨਾਂ ਦਾ ਉੱਥੇ ਜਾਣਾ ਇੱਕ ਹੋਰ ਵੀ ਵੱਡਾ ਰਾਹ ਬਣ ਗਿਆ, ਜਿਹਦੇ ਰਾਹੀਂ ਉਹ ਉੱਥੇ ਪਾਰਟੀ ਵਿੱਚ ਸ਼ਾਮਲ ਹੋ ਸਕਦੇ। ਤੇ ਇਹ ਸਾਰੀ ਜਿਹੜੀ ਸਥਿਤੀ ਬਣੀ ਹੈ ਤੇ ਜਿਸ ਕਿਸਮ ਦੀ ਮਾਯੂਸੀ ਹੈ ਕਾਂਗਰਸ ਦੇ ਵਿੱਚ, ਉਸ ਨੂੰ ਲੈ ਕੇ ਅੱਜ ਅਸੀਂ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਅੱਜ ਸਾਡੇ ਨਾਲ ਜੁੜੇ ਨੇ ਉੱਘੇ ਬੁੱਧੀਜੀਵੀ, ਉੱਘੇ ਚਿੰਤਕ ਸਤਨਾਮ ਚਾਨਾ ਜੀ, ਜਿਹੜੇ ਕਿ ਪੰਜਾਬ ਦੀ ਰਾਜਨੀਤੀ ਨੂੰ ਤੇ ਖਾਸ ਕਰਕੇ ਕਾਂਗਰਸ ਦੀ ਜਿਹੜੀ ਰਾਜਨੀਤੀ ਹੈ ਉਸ ਨੂੰ ਬੜੀ ਨੇੜਿਓਂ ਦੇਖਦੇ ਆ ਤੇ ਉਹਨਾਂ ਦੀ ਇੱਕ ਆਪਣੀ ਸਮਝ ਹੈ ਇਹ ਸਾਰੀ ਜਿਹੜੀ ਕਾਂਗਰਸ 'ਚ ਜੋ ਕੁਝ ਵਾਪਰ ਰਿਹਾ ਹੈਗਾ। ਤੇ ਚਾਨਾ ਜੀ, ਤੁਹਾਡਾ ਸਵਾਗਤ ਹੈ। ਸ਼ੁਕਰੀਆ ਜੰਡੂ ਸਾਹਿਬ। ਚਾਨਾ ਜੀ, ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ, ਜਿਸ ਤਰ੍ਹਾਂ ਜਿਹੜੀ ਪਹਿਲਾਂ ਸਥਾਪਿਤ ਲੀਡਰਸ਼ਿਪ ਸੀ ਸਾਰੀ, ਚਾਹੇ ਉਹ ਬੀਬੀ ਰਜਿੰਦਰ ਕੌਰ ਭੱਠਲ ਸੀ, ਚਾਹੇ ਸ਼ਮਸ਼ੇਰ ਸਿੰਘ ਦੂਲੋ ਸੀ, ਚਾਹੇ ਸੁਨੀਲ ਜਾਖੜ ਸੀ, ਚਾਹੇ ਕੈਪਟਨ ਅਮਰਿੰਦਰ ਸਿੰਘ ਸੀ, ਉਹ ਸਾਰੇ ਹੀ ਸੀਨ ਤੋਂ ਪਾਸੇ ਹੋ ਗਏ ਕਾਂਗਰਸ ਦੇ ਵਿੱਚ। ਔਰ ਹੁਣ ਜਿਹੜੀ ਨਵੀਂ ਲੀਡਰਸ਼ਿਪ ਹੈ ਉਹਦੇ ਮੋਢਿਆਂ ਤੇ ਭਾਰ ਹੈ ਕਿ ਉਹ ਕਾਂਗਰਸ ਨੂੰ ਪੰਜਾਬ ਦੇ ਵਿੱਚ ਮੋੜ ਖੜਾ ਕਰੇ। ਤਾਂ ਤੁਸੀਂ ਇਹ ਸਾਰੀ ਸਥਿਤੀ 'ਚ ਜਿਹੜੀਆਂ ਲੀਡਰਾਂ ਦੀ ਮਾਯੂਸੀ ਹੈ ਪਾਰਟੀ ਦੇ ਅੰਦਰ, ਉਸ ਨੂੰ ਕਿਸ ਤਰ੍ਹਾਂ ਉਹਦੇ ਕੀ ਅਰਥ ਲੈਂਦੇ ਹੋ ਤੇ ਆਉਣ ਵਾਲੇ ਸਮੇਂ 'ਚ ਕੀ ਕੁਝ ਵਾਪਰਨ ਦੀਆਂ ਸੰਭਾਵਨਾਵਾਂ ਲੱਗਦੀਆਂ? ਜੰਡੂ ਸਾਹਿਬ, ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਕਾਫੀ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈਗੀ ਆ, ਉਹ ਕੇਂਦਰ ਦੇ ਵਿੱਚ ਵੀ ਤੇ ਸੂਬਿਆਂ ਵਿੱਚ ਵੀ ਨਵੀਂ ਜੰਗ ਲੀਡਰਸ਼ਿਪ ਨੂੰ ਉਭਾਰਨ ਦੇ ਸਾਹਮਣੇ ਲਿਆਉਣ ਦੇ ਚੱਕਰ ਵਿੱਚ ਕਈ ਸਾਰੇ ਕਦਮ ਉਠਾ ਰਹੀ।
ਔਰ ਉਹ ਨਵੀਂ ਲੀਡਰਸ਼ਿਪ ਜਿਹੜੀ ਹੈਗੀ ਆ, ਉਹ ਮੇਰਾ ਖਿਆਲ ਆ ਕਿ ਜਿਹੜੇ ਪੁਰਾਣੀ ਲੀਡਰਸ਼ਿਪ ਦਾ ਦਬਦਬਾ ਸੀ ਕਾਂਗਰਸ ਦੇ ਉੱਪਰ, ਉਹ ਕਾਫੀ ਦੇਰ ਤੋਂ ਚੱਲਿਆ ਆ ਰਿਹਾ। ਉਹਦੇ ਵਿੱਚ ਸਪੇਸ ਕ੍ਰੀਏਟ ਕਰਨੀ ਨਵੀਂ ਲੀਡਰਸ਼ਿਪ ਦੇ ਵਾਸਤੇ, ਉਹ ਇੱਕ ਕਿਸਮ ਦਾ ਯੁੱਧ ਜਿਹਾ ਟਾਈਪ ਦਾ ਇੱਕ ਨਾ ਮਸਲਾ ਖੜਾ ਹੋ ਗਿਆ ਸੀਗਾ ਪੰਜਾਬ ਦੇ ਅੰਦਰ ਵੀ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਓਵਰਆਲ ਸਿਆਸਤ ਕਿਸ ਦਿਸ਼ਾ ਦੇ ਵਿੱਚ ਜਾ ਰਹੀ ਹੈ, ਓਵਰਆਲ ਦੇਸ਼ ਕਿਸ ਦਿਸ਼ਾ ਦੇ ਵਿੱਚ ਜਾ ਰਿਹਾ, ਉਸ ਨੂੰ ਸਾਹਮਣੇ ਰੱਖਦਿਆਂ ਹੋਇਆ ਇੱਕ ਇਹ ਸੰਕਟ ਕਾਂਗਰਸ ਦਾ ਇਹ ਵੀ ਹੈਗਾ ਕਿ ਉਹ ਪੋਲੀਟੀਕਲੀ ਕਿਸ ਤਰ੍ਹਾਂ ਉਸ ਦਾ ਮੁਕਾਬਲਾ ਕਰੇ, ਜਾਂ ਵਿਚਾਰਧਾਰਕ ਤੌਰ ਤੇ ਕਿਸ ਤਰ੍ਹਾਂ ਉਹਦਾ ਮੁਕਾਬਲਾ ਕਰੇ। ਇਹ ਵੀ ਇੱਕ ਬੜਾ ਵੱਡਾ ਖਲਾ ਨਜ਼ਰ ਆ ਰਿਹਾ। ਹੁਣ ਤੱਕ ਦਾ ਜੋ ਤਰੀਕਾ ਸਾਹਮਣੇ ਆਇਆ ਉਹ ਇਹੀ ਆ ਕਿ ਜਿਹੜਾ ਪੁਰਾਣਾ ਤਰੀਕਾ ਸੀ, ਢੰਗ ਸੀ ਇਹਨਾਂ ਦਾ ਕੰਮ ਕਰਨ ਦਾ, ਸਟ੍ਰੈਟਜੀ ਬਣਾਉਣ ਦਾ, ਉਹ ਉਹੀ ਚੱਲਿਆ ਆ ਰਿਹਾ। ਜਦੋਂ ਕਿ ਦੇਸ਼ ਬਹੁਤ ਬਦਲ ਚੁੱਕਿਆ ਔਰ ਸਥਿਤੀਆਂ ਬਹੁਤ ਬਦਲ ਚੁੱਕੀਆਂ, ਉਸ ਨਵੇਂ ਪਾਸੇ ਵੱਲ ਨੂੰ ਸ਼ਿਫਟ ਕਰਨ ਦੇ ਲਈ ਕਾਂਗਰਸ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ, ਉਹਦਾ ਹੀ ਇਹ ਇੱਕ ਹਿੱਸਾ ਹੈ। ਜਿਹੜੇ ਪੰਜਾਬ ਦੇ ਵਿੱਚੋਂ ਪੁਰਾਣੀ ਲੀਡਰਸ਼ਿਪ ਦਾ ਪਾਸੇ ਹੋਣਾ, ਉਹ ਪੁਰਾਣੀ ਲੀਡਰਸ਼ਿਪ ਇੱਦਾਂ ਪਾਸੇ ਨਹੀਂ ਹੋਈ ਔਰ ਉਹਦੇ ਬੜੇ ਕਾਰਨ ਨੇ। ਉਹਦੇ ਪਿੱਛੇ ਰਾਜਨੀਤੀ ਵੀ ਹੈਗੀ ਆ, ਉਹਦੇ ਪਿੱਛੇ ਇਹਨਾਂ ਦਾ ਕਾਂਗਰਸ ਦਾ ਜਿਹੜਾ ਫਲਸਫਾ ਹੈਗਾ ਉਹ ਵੀ ਕੰਮ ਕਰ ਰਿਹਾ। ਦੂਸਰਾ ਇਹ ਆ ਕਿ ਜਿਹੜੇ ਜੇ ਸੱਤਾ ਤੇ ਜਿਹੜੀ ਭਾਰੂ ਹੈਗੀ ਆ ਤਾਕਤ, ਉਸ ਦਾ ਜਿਹੜਾ ਰੋਲ ਆ, ਉਸ ਦਾ ਵੀ ਇੱਕ ਇਹਦੇ ਵਿੱਚ ਹਿੱਸਾ ਹੈ ਕਿ ਉਹ ਕਿਸ ਤਰ੍ਹਾਂ ਸਟ੍ਰੈਟਜੀਕਲੀ ਕਾਂਗਰਸ ਦੇ ਪੁਰਾਣੇ ਲੀਡਰਾਂ ਨੂੰ ਆਪਣੇ ਚੁੰਗਲ ਦੇ ਵਿੱਚ ਲੈਣ ਦੇ ਲਈ ਯਤਨਸ਼ੀਲ ਲਗਾਤਾਰ ਚਲੇ ਆ ਰਹੇ। ਸੋ ਇੱਕ ਇਸ ਤਰ੍ਹਾਂ ਦੇ ਟੋਟਲ ਪ੍ਰਭਾਵ ਦੇ ਸਿੱਟੇ ਵਜੋਂ ਇਹ ਜੋ ਕੁਝ ਅਸੀਂ ਦੇਖ ਰਹੇ ਹਾਂ, ਉਹਦਾ ਨਤੀਜਾ ਜਿਹੜਾ ਨਾ ਉਹ ਜਰਗੂ ਸਾਹਿਬ ਬੜਾ ਸਪਸ਼ਟ ਦਿਖਾਈ ਦਿੰਦਾ। ਚਾਨਣਾ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਨਵੀਂ ਲੀਡਰਸ਼ਿਪ ਜਿਹੜੀ ਹੈ ਵੱਖ-ਵੱਖ ਸੂਬਿਆਂ ਦੇ ਅੰਦਰ ਉਹ ਪਸਾਰਨ ਦਾ, ਬਣਾਉਣ ਦਾ, ਉਹਨੂੰ ਖੜੇ ਕਰਨ ਦਾ ਯਤਨ ਕਰ ਰਹੇ ਆ। ਤੇ ਪਿਛਲੇ ਸਮੇਂ 'ਚ ਅਸੀਂ ਦੇਖਿਆ ਹੈ ਕਿ ਜਿਨ੍ਹਾਂ ਥਾਵਾਂ ਤੇ ਵੀ ਇਸ ਤਰ੍ਹਾਂ ਦੇ ਯਤਨ ਹੋਏ, ਪੰਜਾਬ 'ਚ ਹੁਣ ਜਿਵੇਂ ਨਵਜੋਤ ਸਿੰਘ ਸਿੱਧੂ ਨੂੰ ਲਿਆਂਦਾ ਗਿਆ, ਤੇ ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਹੀ ਕਹਿੰਦੇ ਬਹੁਤ ਸਾਰਾ ਨੁਕਸਾਨ ਹੋਇਆ, ਜਿਹੜਾ ਪਾਰਟੀ ਨੂੰ ਝੱਲਣਾ ਪਿਆ ਪਿਛਲੇ ਸਮੇਂ ਦੇ ਅੰਦਰ। ਜਿਸ ਤਰ੍ਹਾਂ ਬੁਰੀ ਹਾਰ ਹੋਈ, ਜਿਸ ਢੰਗ ਨਾਲ ਉਹਨਾਂ ਨੇ ਪਾਰਟੀ ਨੂੰ ਚਲਾਉਣ ਦਾ ਯਤਨ ਕੀਤਾ, ਜਾਂ ਆਪਣੀ ਜਿਹੜੀ ਉਹਨਾਂ ਦੀ ਬੋਲਬਾਣੀ ਸੀਗੀ ਉਹਦੇ ਕਰਕੇ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਗੁਜਰਾਤ ਦੇ ਵਿੱਚ ਹਾਰਦਿਕ ਪਟੇਲ ਨੂੰ ਲਿਆਂਦਾ ਗਿਆ, ਜਿਹੜਾ ਪਾਟੀਦਾਰ ਦਾ ਲੀਡਰ ਸੀ ਪਟੇਲਾਂ ਦਾ, ਔਰ ਬਕਾਇਦਾ ਉਹਨੂੰ ਉੱਥੇ ਐਕਟਿੰਗ ਜਿਹੜਾ ਪ੍ਰਧਾਨ ਹੈ, ਵਰਕਿੰਗ ਪ੍ਰਧਾਨ ਹੈ, ਉਹ ਬਣਾਇਆ ਗਿਆ। ਪਰ ਉਸ ਦੇ ਬਾਵਜੂਦ ਪਾਰਟੀ ਤੋਂ ਪਾਸੇ ਚਲੇ ਗਿਆ। ਇਸ ਤਰ੍ਹਾਂ ਹੀ ਅਸੀਂ ਦੇਖਦੇ ਹਾਂ ਮੱਧ ਪ੍ਰਦੇਸ਼ ਦੇ ਅੰਦਰ ਕਿ ਜੋਤੀ ਰਾਜੇ ਸਿੰਧੀਆ ਨੂੰ ਲਿਆਂਦਾ ਗਿਆ, ਉਹ ਬੜੇ ਨੇੜੇ ਵੀ ਸੀਗੇ ਰਾਹੁਲ ਗਾਂਧੀ ਦੇ, ਉਹ ਵੀ ਪਾਰਟੀ ਨੂੰ ਛੱਡ ਕੇ ਚਲੇ ਗਏ। ਔਰ ਇਸ ਤਰ੍ਹਾਂ ਹੀ ਜਿਹੜਾ ਹੈ ਯੂਪੀ ਦੇ ਅੰਦਰ ਚੋਣਾਂ ਤੋਂ ਪਹਿਲਾਂ ਜਤਿੰਦਰ ਜਿਹੜੇ ਹੈ ਉਹਨਾਂ ਦੇ ਲੀਡਰ ਸੀਗੇ, ਉਹ ਉਹਨਾਂ ਨੂੰ ਛੱਡ ਕੇ ਚਲੇ ਗਏ। ਇਸ ਕਰਕੇ ਜਿਹੜੀ ਵੀ ਨਵੀਂ ਲੀਡਰਸ਼ਿਪ ਉਹਨਾਂ ਨੇ ਜਿੱਥੇ ਲਿਆਉਣ ਦਾ ਯਤਨ ਕੀਤਾ ਤਾਂ ਉਹ ਉਹਨਾਂ ਕੋਲੇ ਟਿਕ ਨਹੀਂ ਸਕੀ, ਜਾਂ ਤਾਂ ਦੂਸਰੀਆਂ ਪਾਰਟੀਆਂ ਚਲੀ ਗਈ, ਜਾਂ ਫਿਰ ਉਹ ਨਿਰਾਸ਼ ਹੋ ਕੇ ਤੇ ਪਾਸੇ ਹੋ ਗਈ। ਸੋ ਇਹ ਜਿਹੜੀ ਸਾਰੀ ਸਥਿਤੀ ਜਿਹੜੀ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਉਣ ਦਾ ਅਮਲ ਹੈਗਾ, ਉਹਦੇ 'ਚ ਵੀ ਕਿਤੇ ਨਾ ਕਿਤੇ ਜਿਹੜੀ ਚੋਣ ਹੈ ਜਾਂ ਉਹਨਾਂ ਲੀਡਰਾਂ ਦੀ ਪਰਖ ਹੈ, ਉਹਦੇ 'ਚ ਲੱਗਦਾ ਕਿਤੇ ਨਾ ਕਿਤੇ ਕੋਈ ਫਲਾਅ ਨਜ਼ਰ ਆ ਰਿਹਾ। ਇਹ ਜੰਡੂ ਸਾਹਿਬ ਜਿਹੜਾ ਮਕੈਨੀਕਲ ਤਰੀਕਾ ਅਖਤਿਆਰ ਕੀਤਾ ਨਾ ਕਿ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਂਦਾ ਜਾਵੇ, ਉਹ ਕੰਮ ਨਹੀਂ ਕਰ ਸਕਦਾ, ਕਿਉਂਕਿ ਕਾਂਗਰਸ ਪਾਰਟੀ ਹੈ, ਉਹਦਾ ਇੱਕ ਫਲਸਫਾ ਹੈ ਚੱਲਿਆ ਆ ਰਿਹਾ, ਔਰ ਉਹ ਇੱਕ ਪਾਲਿਸੀ ਪ੍ਰੋਗਰਾਮ ਦੇ ਨਾਲ ਬੱਝੀ ਹੋਈ ਪਾਰਟੀ ਹੈ। ਉਸ ਸਮੇਂ ਤੋਂ ਹੀ ਜਦੋਂ ਤੋਂ ਇਹ ਹੋਂਦ ਵਿੱਚ ਆਈ, ਬਾਅਦ ਦੇ ਵਿੱਚ ਦੇਸ਼ ਆਜ਼ਾਦ ਹੋਇਆ, ਇੱਕ ਖਾਸ ਵਿਚਾਰਧਾਰਾ ਨੂੰ ਅਪਣਾਈ ਹੋਈ ਉਹ ਪਾਰਟੀ ਹੈ। ਨਵੀਂ ਲੀਡਰਸ਼ਿਪ ਦਾ ਮਹਿਨਾ ਇਹ ਨਹੀਂ ਹੈ ਕਿ ਜਿਹਨੂੰ ਮਰਜ਼ੀ, ਜਿਹਦਾ ਕੋਈ ਬਾਹ ਵਾਸਤਾ ਨਹੀਂ ਹੈ ਉਹਨਾਂ ਦੇ ਫਲਸਫੇ ਦੇ ਨਾਲ, ਉਹਨੂੰ ਲਿਆ ਕੇ ਜਦੋਂ ਪਲਾਂਟ ਕਰਨਗੇ ਤਾਂ ਨਤੀਜਾ ਇਹੋ ਜਿਹਾ ਹੀ ਨਿਕਲੇਗਾ। ਲੀਡਰਸ਼ਿਪ ਨਵੀਂ ਦਾ ਕੀ ਮਤਲਬ ਹੈਗਾ? ਨਵੀਂ ਲੀਡਰਸ਼ਿਪ ਜਿਹੜੀ ਕਿ ਨਾਲ ਵਿਕਸਿਤ ਕਰਦੇ ਆ ਰਹੇ ਆ, ਉਹਨਾਂ ਦੇ ਸੰਘਰਸ਼ਾਂ ਦੇ ਵਿੱਚੋਂ ਦੀ, ਪ੍ਰੋਗਰਾਮਾਂ ਦੇ ਵਿੱਚੋਂ ਦੀ, ਲੜਾਈਆਂ ਦੇ ਵਿੱਚੋਂ ਦੀ, ਨਾਲ ਜਿਹੜੇ ਚੱਲਦੇ ਆ ਰਹੇ ਸੀਗੇ ਯੂਥ, ਜਿਹੜਾ ਇਸ ਉਮਰ ਦੇ ਵਿੱਚ ਲੀਡਰਸ਼ਿਪ ਨੂੰ ਆਪਣੇ ਹੱਥ ਲੈ ਸਕਦਾ ਸੀਗਾ, ਉਹਨੂੰ ਵਿਕਸਿਤ ਕਰਨ ਦਾ ਮਸਲਾ ਸੀ। ਹੁਣ ਇਹ ਜਲਦਬਾਜ਼ੀ ਦੇ ਵਿੱਚ ਜੋ ਵੀ ਹੋ ਰਿਹਾ ਕਿ ਉਮਰ ਨਹੀਂ ਹੈ ਕਿ ਜੰਗ ਹੈਗਾ, ਉਹਦੇ ਜਿਹੜੀ ਮੈਚਿਓਰਿਟੀ ਹੈਗੀ, ਪੋਲੀਟੀਕਲ ਮੈਚਿਓਰਿਟੀ ਆ, ਉਹ ਵਿੱਚ ਰਹਿ ਕੇ ਬਣੀ ਹੈ ਕਿ ਨਹੀਂ ਬਣੀ, ਉਹਦੇ ਤੋਂ ਮਤਲਬ ਹੈਗਾ ਕਿ ਨਵੀਂ ਲੀਡਰਸ਼ਿਪ ਨੂੰ ਸਪੇਸ ਦਿੱਤੀ ਜਾਵੇ, ਜਿਹਨੇ ਅੱਗੋਂ ਜਾ ਕੇ ਬਾਗਡੋਰ ਸੰਭਾਲਣੀ ਹੈਗੀ ਆ। ਚਾਹੇ ਉਹ ਹਾਰਦਿਕ ਪਟੇਲ ਹੈ, ਹਾਰਦਿਕ ਪਟੇਲ ਨੂੰ ਉਹ ਕਿਸ ਤਰੀਕੇ ਦੇ ਨਾਲ ਉਭਰਿਆ ਸਿਆਸਤ ਦੇ ਵਿੱਚ,
ਇਸੇ ਤਰ੍ਹਾਂ ਹੀ ਨਵਜੋਤ ਸਿੱਧੂ ਹੈਗੇ ਜਿਹੜੇ ਆ, ਉਹ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਉਭਰੇ ਨੇ, ਉਹਨਾਂ ਦੀ ਵਿਚਾਰਧਾਰਕ ਬੈਕਗ੍ਰਾਉਂਡ ਕਿਹੜੀ ਚਲੀ ਆ ਰਹੀ ਸੀ, ਇਹਦਾ ਬੜਾ ਵੱਡਾ ਰੋਲ ਹੈਗਾ। ਇਸ ਕਰਕੇ ਇਹ ਮਕੈਨੀਕਲ ਤਰੀਕੇ ਦੇ ਨਾਲ ਨਵੀਂ ਲੀਡਰਸ਼ਿਪ ਨੂੰ ਉਭਾਰਨਾ ਉਹ ਸਫਲ ਨਹੀਂ ਸੀ ਹੋ ਸਕਦਾ, ਜਿਸ ਕਰਕੇ ਉਹ ਸਫਲ ਨਹੀਂ ਹੋਇਆ। ਔਰ ਇਸ ਕਰਕੇ ਜਿਹੜੇ ਆਏ ਵੀ ਉਹਨਾਂ ਨੂੰ ਲੱਗਿਆ ਕਿ ਵੀ ਸੱਤਾ ਤੇ ਕਾਬਜ਼ ਹੋਣ ਦੇ ਲਈ ਜਾਂ ਸੱਤਾ ਦੇ ਵਿੱਚ ਆਉਣ ਦੇ ਵਾਸਤੇ ਤਾਂ ਇੱਧਰ ਆਏ ਸੀ, ਜੇ ਉਸ ਦੀਆਂ ਸੰਭਾਵਨਾਵਾਂ ਹੀ ਬੜੀਆਂ ਮੱਧਮ ਨੇ ਤਾਂ ਫਿਰ ਇੱਥੇ ਟਿਕੇ ਰਹਿਣ ਦਾ ਫਾਇਦਾ ਕੀ ਆ। ਔਰ ਇਸ ਕਰਕੇ ਇਹ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਹੁਣ ਜਿਹੜਾ ਇਹਨਾਂ ਦੇ ਅੰਦਰ ਮੁੜ ਚਿੰਤਨ ਦਾ ਦੌਰ ਸ਼ੁਰੂ ਹੋਇਆ ਕਾਂਗਰਸ ਦੇ ਅੰਦਰ, ਉਹ ਕਿਸ ਨਤੀਜੇ ਤੇ ਪਹੁੰਚਦਾ ਆ, ਉਹਦਾ ਇਹ ਪਾਰਟ ਹੈ ਕਿ ਜਿਹੜੇ ਤਰੀਕੇ ਇਹ ਉਹਨਾਂ ਦਾ ਆਰਗੇਨਾਈਜੇਸ਼ਨਲ ਪਾਰਟ ਹੈ, ਜਿਸ ਦੀ ਮੈਂ ਨਹੀਂ ਗੱਲ ਚਾਹਣਾ ਜੀ, ਉਹਦੇ ਚ ਅਸੀਂ ਦੇਖਦੇ ਹਾਂ ਇੱਕ ਪਾਸੇ ਤਾਂ ਜਿਹੜੇ ਨਵੀਂ ਲੀਡਰਸ਼ਿਪ ਉਹਨਾਂ ਨੇ ਸਥਾਪਿਤ ਕਰਨ ਦਾ ਯਤਨ ਕੀਤਾ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜੀ ਸਥਾਪਿਤ ਲੀਡਰਸ਼ਿਪ ਸੀਗੇ, ਜਿਹੜੇ G23 ਜਿਨ੍ਹਾਂ ਨੂੰ ਕਿਹਾ ਜਾਂਦਾ ਸੀਗਾ, ਕਿ ਉਹ ਵੀ ਨਿਰਾਸ਼ ਹੋ ਕੇ ਬੈਠ ਗਏ, ਜਿਨ੍ਹਾਂ ਨੇ ਪਿਛਲੇ ਲਗਭਗ 20 ਸਾਲ ਪਾਰਟੀ ਦੇ ਵਿੱਚ ਉੱਪਰਲੀਆਂ ਅਹੁਦਿਆਂ ਤੇ ਕੰਮ ਕੀਤਾ ਤੇ ਨਾਲ ਉਹਨਾਂ ਨੇ ਸੱਤਾ ਦਾ ਆਨੰਦ ਮਾਣਿਆ 10 ਸਾਲ, ਤਾਂ ਉਹ ਪਾਸੇ ਹੋ ਕੇ ਬਹਿ ਗਏ, ਉਹ ਸਗੋਂ ਉਲਟਾ ਇਤਰਾਜ਼ ਕਰਨ ਲੱਗ ਗਏ। ਮਤਲਬ ਜਿਹੜੀ ਨਵੀਂ ਲੀਡਰਸ਼ਿਪ ਸਥਾਪਿਤ ਕਰਨ ਦਾ ਯਤਨ ਸੀ ਉਹ ਹੋ ਨਹੀਂ ਸਕੀ, ਪੁਰਾਣੀ ਜਿਹੜੀ ਨਿਰਾਸ਼ ਹੋ ਕੇ ਪਿੱਛੇ ਬੈਠ ਗਈ। ਇਹ ਸਥਿਤੀ ਵਿੱਚ ਕਾਂਗਰਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ? ਉਹ ਦੇਖੋ ਆਪਣੇ ਜੰਡੂ ਸਾਹਿਬ, ਜੇ ਕੋਈ ਵੀ ਪ੍ਰੋਗਰਾਮ ਪਾਲਿਸੀ ਹਕੀਕਤ ਦੇ ਨਾਲ ਮੇਲ ਨਹੀਂ ਖਾਂਦੀ, ਉਹਦੇ ਨਾਲ ਟਕਰਾਏਗੀ, ਤਾਂ ਟਕਰਾਉਣ ਦੇ ਨਾਲ ਉਹਦਾ ਟੁੱਟ ਭੱਜ ਹੋਣਾ ਬੜਾ ਲਾਜ਼ਮੀ ਹੈਗਾ। ਇਹਨਾਂ ਨੂੰ ਜਦੋਂ ਦੋਵੇਂ ਪੱਖਾਂ ਨੂੰ ਸਾਹਮਣੇ ਰੱਖ ਕੇ ਨਹੀਂ ਦੇਖਣਗੇ, ਪੁਰਾਣੀ ਲੀਡਰਸ਼ਿਪ ਤੋਂ ਕੀ ਮਤਲਬ ਹੈਗਾ ਕਿ ਹਾਲਾਤ ਬਹੁਤ ਡਰਾਮੈਟਿਕਲੀ ਚੇਂਜ ਹੋ ਚੁੱਕੇ ਆ, ਰਾਜਨੀਤਿਕ ਤੌਰ ਤੇ ਵੀ ਔਰ ਵਿਚਾਰਧਾਰਕ ਤੌਰ ਦੇ ਉੱਤੇ ਵੀ। ਔਰ ਪੁਰਾਣੀ ਲੀਡਰਸ਼ਿਪ ਕੀ ਉਸ ਦੇ ਨਾਲ ਦੌੜ ਦੇ ਵਿੱਚ ਜਿਹੜਾ ਨਾ ਉਹ ਮੁਕਾਬਲਾ ਕਰਨ ਦੇ ਸਮਰੱਥ ਹੈ ਕਿ ਨਹੀਂ ਹੈ, ਹਨਾ। ਉਹ ਪੁਰਾਣੀ ਲੀਡਰਸ਼ਿਪ ਤੋਂ ਕੀ ਮਤਲਬ ਆ, ਜੇ ਉਹਦਾ ਸਾਰਾ ਦਾਰੋ ਮਦਾਰ ਪੁਰਾਣੇ ਤੌਰ ਤਰੀਕਿਆਂ ਦੇ ਉੱਤੇ ਹੀ ਰਹੇਗਾ ਤਾਂ ਫਿਰ ਉਹਦੇ ਵਿੱਚੋਂ ਕੋਈ ਨਤੀਜਾ ਨਿਕਲਣ ਵਾਲਾ ਨਹੀਂ। ਸ਼ਾਇਦ ਉਹ ਇਹ ਮਹਿਸੂਸ ਕਰ ਵੀ ਰਹੇ ਹੋਣਗੇ ਕਿ ਇਹਦੇ ਵਾਸਤੇ ਨਵੇਂ ਵਿਚਾਰਧਾਰਾ ਨੂੰ ਅੱਗੇ ਖੜਨ ਵਾਲੀ ਲੀਡਰਸ਼ਿਪ ਵੀ ਨਵੀਂ ਲੀਡਰਸ਼ਿਪ ਚਾਹੀਦੀ ਆ, ਔਰ ਉਹਦਾ ਉਹ ਭਾਲ ਦੇ ਵਿੱਚ ਵੀ ਹੈ ਨੇ। ਲੇਕਿਨ ਜਦ ਇਹਦਾ ਮਤਲਬ ਇਹ ਵੀ ਨਹੀਂ ਕਿ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਸਿਆਸਤ ਦੇ ਵਿੱਚ ਉਭਰਿਆ ਨੌਜਵਾਨ, ਉਹਨੂੰ ਆਪਣੇ ਨਾਲ ਰਲਾ ਲਓ ਕਿ ਉਹ ਕਾਂਗਰਸ ਦੀਆਂ ਉਹਨਾਂ ਪਾਲਿਸੀਆਂ ਨੂੰ ਲੈ ਕੇ ਅੱਗੇ ਖੜ ਕੇ ਲੈ ਜਾ ਸਕਦਾ। ਨਿਰਾਸ਼ਾ ਤੋਂ ਕੀ ਮਤਲਬ ਹੈਗਾ, ਨਿਰਾਸ਼ਾ ਦੇ ਕਾਰਨ ਕਰਕੇ ਪਿੱਛੇ ਹਟਣ ਤੋਂ ਕੀ ਮਤਲਬ ਹੈਗਾ। ਇਹ ਇੱਕ ਫੀਲਿੰਗ ਆ ਕਿ ਉਹ ਨਵੇਂ ਹਾਲਾਤ ਦੇ ਵਿੱਚ ਸ਼ਾਇਦ ਉਹਦਾ ਸਾਹਮਣਾ ਨਹੀਂ ਕਰ ਪਾ ਰਹੇ, ਜਿਸ ਕਰਕੇ ਤਰੀਕਾ ਇੱਕ ਹੋਵੇ ਜਾਂ ਦੂਸਰਾ ਹੋਵੇ ਕਿ ਉਹ ਲੀਡਰਸ਼ਿਪ ਦੇ ਸਕਦੇ ਆ ਕਿ ਨਹੀਂ ਦੇ ਸਕਦੇ। ਉਹ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਪੁਰਾਣੀ ਲੀਡਰਸ਼ਿਪ ਜਿਹੜੀ ਆ ਨਾ ਉਹ ਪਿੱਛੇ ਹਟ ਰਹੀ ਆ, ਨਵੀਂ ਜਿਹੜੀ ਆ ਉਹ ਆ ਨਹੀਂ ਰਹੀ। ਪੁਰਾਣੀ ਦੇ ਪਿੱਛੇ ਹਟਣ ਦਾ ਇਹ ਵੀ ਤਰੀਕਾ ਹੋ ਸਕਦਾ ਕਿ ਉਹਨਾਂ ਦੀ ਹੀ ਅਗਵਾਈ ਦੇ ਵਿੱਚ ਜੋ ਕੁਝ ਹੁਣ ਤੱਕ ਚੱਲਿਆ ਉਹਦੇ ਨਤੀਜੇ ਸ਼ਾਇਦ ਉਹ ਨਹੀਂ ਨਿਕਲੇ ਜਿਹੜੇ ਕਿ ਇਤਿਹਾਸ ਨੂੰ ਇਸ ਦੌਰ ਦੇ ਵਿੱਚ ਲੋੜ ਸੀ। ਔਰ ਨਵੀਂ ਲੀਡਰਸ਼ਿਪ ਨੂੰ ਉਹਨਾਂ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਆਪਣਾ ਕੋਈ ਲੰਬਾ ਕਾਂਗਰਸ ਦੀਆਂ ਪਾਲਿਸੀਆਂ ਦੇ ਨਾਲ, ਕਾਂਗਰਸ ਦੇ ਫਲਸਫੇ ਦੇ ਨਾਲ ਕੋਈ ਤਜਰਬਾ ਕੋਈ ਨਹੀਂ ਸੀਗਾ। ਉਹ ਨਵੇਂ ਆਏ, ਇੱਕ ਹਾਲਾਤ ਨੇ ਉਹਨਾਂ ਨੂੰ ਉਭਾਰਿਆ, ਇਹਨਾਂ ਨੇ ਉਹਨਾਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਇਸ ਤਰ੍ਹਾਂ ਦੇ ਹੋਰ ਵੀ ਨੌਜਵਾਨ ਤੁਸੀਂ ਦੇਖ ਸਕਦੇ ਆ ਜਿਹੜੇ ਕਾਂਗਰਸ ਨੇ ਆਪਣੇ ਅੰਦਰ ਜਿਹੜੇ ਨਾ ਸਮੋਣ ਦੀ ਕੋਸ਼ਿਸ਼ ਕੀਤੀ ਆ। ਉਹਨਾਂ ਚੋਂ ਕਨ੍ਹਈਆ ਕੁਮਾਰ ਵੀ ਇੱਕ ਹੈਗੇ ਹਨਾ, ਜਿਹੜੇ ਕਿ ਆਪਣੇ ਦੌਰ ਦੇ ਇੱਕ ਅੱਛੇ ਨੌਜਵਾਨ ਲੀਡਰ ਦੇ ਤੌਰ ਤੇ ਉਭਰੇ ਸੀਗੇ, ਉਹਨਾਂ ਨੂੰ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਦੋ ਨਾਂ ਤੁਸੀਂ ਲੈ ਹਟੇ, ਕਨ੍ਹਈਆ ਕੁਮਾਰ ਹੁਣੀ ਗਏ ਆ। ਹਾਂ, ਕਨ੍ਹਈਆ ਕੁਮਾਰ ਹੋਣੀ ਵੀ ਜਿਹੜੇ ਨਾ ਉਹ ਇੱਦਾਂ ਕਿ ਵੀ ਇੱਕ ਇਹ ਦੇਖ ਰਹੇ ਕਿ ਲੀਡਰਸ਼ਿਪ ਨਵੀਂ ਨੌਜਵਾਨ ਲੀਡਰਸ਼ਿਪ ਹੋਵੇ, ਲੇਕਿਨ ਜਿਹੜਾ ਵੀ ਕੋਈ ਉੱਭਰ ਰਿਹਾ ਨੌਜਵਾਨ ਹੈ ਜਿਹਨੂੰ ਹਾਲਾਤ ਉਭਾਰਦੇ ਨੇ, ਪ੍ਰਸਥਿਤੀਆਂ ਉਭਾਰਦੀਆਂ ਨੇ, ਉਹ ਹਰ ਵਿਅਕਤੀ ਸ਼ਾਇਦ ਉਸ ਕਾਬਲ ਨਾ ਹੋਵੇ ਜਿਹੜਾ ਕਾਂਗਰਸ ਦੇ ਆਪਣੇ ਪ੍ਰੋਗਰਾਮ ਨੂੰ ਲੈ ਕੇ ਅੱਗੇ ਖੜ ਸਕੇ, ਲਿਜਾ ਸਕੇ। ਤੋ ਇਸ ਕਰਕੇ ਕ੍ਰੈਕ ਆਉਣੇ ਬੜੇ ਲਾਜ਼ਮੀ ਸੀਗੇ ਔਰ ਉਹਦਾ ਨਤੀਜਾ ਹੁਣ ਸਾਹਮਣੇ ਆ ਰਿਹਾ। ਚਾਹਣਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਸਾਰੀ, ਇਹਦੇ ਤੇ ਵਿਚਾਰ ਦੇ ਕਰਨ ਦੇ ਲਈ ਚਿੰਤਨ ਸ਼ਿਵਰ ਜਿਹੜਾ ਹੈਗਾ ਉਹਦੇ ਪੁਰ 'ਚ ਕਾਂਗਰਸ ਨੇ ਕੀਤਾ, ਔਰ ਉਸ ਚਿੰਤਨ ਸ਼ਿਵਰ 'ਚ ਜਿਸ ਤਰ੍ਹਾਂ ਦੀਆਂ ਉਮੀਦਾਂ ਸੀ, ਜਿਸ ਤਰ੍ਹਾਂ ਦੀਆਂ ਆਸਾਂ ਸੀਗੀਆਂ ਲੋਕਾਂ ਨੂੰ, ਜਾਂ ਜਿਹੜੇ ਕਾਂਗਰਸ ਤੋਂ
ਆਸ ਕਰ ਰਹੇ ਸੀ ਕਿ ਉਹ ਕੋਈ ਨਵਾਂ ਪ੍ਰੋਗਰਾਮ ਲੈ ਕੇ ਅੱਗੇ ਆਏਗੀ, ਆਰਥਿਕ ਪ੍ਰੋਗਰਾਮ ਲੈ ਕੇ ਅੱਗੇ ਆਏਗੀ, ਕੋਈ ਨਵਾਂ ਬਰਤਾਂਤ ਸਿਰਜੇਗੀ। ਜਿਹੜੀ ਭਾਰਤੀ ਜਨਤਾ ਪਾਰਟੀ ਸਰਕਾਰ ਜੋ ਕੁਛ ਕਰ ਰਹੀ ਹੈ ਦੇਸ਼ ਦੇ ਅੰਦਰ, ਤੇ ਜਿਸ ਢੰਗ ਨਾਲ ਘੱਟ ਗਿਣਤੀਆਂ ਨੂੰ ਇੱਕ ਨੁਕਰੇ ਲਾਉਣ ਦਾ ਯਤਨ ਕੀਤਾ ਜਾ ਰਿਹਾ, ਉਹ ਸਾਰੇ ਦੇ ਵਿੱਚ ਕੋਈ ਨਵੀਂ ਪ੍ਰੋਗਰਾਮ ਲੈ ਕੇ ਲੋਕਾਂ ਸਾਹਮਣੇ ਆਏਗੀ। ਉਹ ਜਿਹੜਾ ਚਿੰਤਨ ਸ਼ਿਵਰ ਹੈ, ਉਹਦੇ 'ਚ ਨਾ ਤਾਂ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਸਾਹਮਣੇ ਆਇਆ। ਉਹਦੇ ਵਿੱਚ ਜਿਹੜੇ ਫੈਸਲੇ ਵੀ ਆਏ ਜਿਹੜੇ ਸਾਹਮਣੇ, ਕਿ ਇੱਕ ਪਰਿਵਾਰ ਤੇ ਇੱਕ ਟਿਕਟ ਦੀ ਗੱਲ ਕੀਤੀ ਗਈ, ਪਰ ਉਹਦੇ ਵਿੱਚ ਵੀ ਇੰਨਾ ਵੱਡਾ ਆਪਾ ਵਿਰੋਧ ਹੈ ਕਿ ਇਹ ਗੱਲ ਕਹੀ ਗਈ ਕਿ ਉਸ ਫੈਸਲੇ ਦੇ ਵਿੱਚ ਕਿ ਜੇ ਕੋਈ ਕਿਸੇ ਪਰਿਵਾਰ ਦਾ 5 ਸਾਲ ਬੰਦਾ ਪਾਰਟੀ 'ਚ ਕੰਮ ਕਰਦਾ ਹੈ, ਤਾਂ ਉਹਨੂੰ ਟਿਕਟ ਦਿੱਤੀ ਜਾ ਸਕਦੀ ਹੈ। ਦੂਸਰੇ ਪਾਸੇ ਗਾਂਧੀ ਪਰਿਵਾਰ ਨੂੰ ਉਹਦੇ 'ਚੋਂ ਪਾਸੇ ਹੀ ਕਰ ਦਿੱਤਾ ਗਿਆ ਕਿ ਉਹਨਾਂ ਤੇ ਇਹ ਨਿਯਮ ਲਾਗੂ ਨਹੀਂ ਹੋਏਗਾ। ਤੇ ਇਸ ਤਰ੍ਹਾਂ ਹੀ ਉਹਨਾਂ ਨੇ ਬਾਕੀ ਜਿਹੜੇ ਹੋਰ ਪਹਿਲਾਂ ਮੰਗ ਉੱਠੀ ਸੀ ਕਿ ਪਾਰਲੀਮਾਨੀ ਜਿਹੜਾ ਬੋਰਡ ਬਣਾਇਆ ਜਾਵੇ, ਉਹ ਵੀ ਉੱਥੇ ਨਹੀਂ ਬਣਿਆ। ਔਰ ਉਸ ਸ਼ਿਵਰ ਦੇ ਬਾਰੇ ਜਿਹੜੇ ਸਭ ਤੋਂ ਵੱਧ ਪ੍ਰਸ਼ਾਂਤ ਕਿਸ਼ੋਰ ਹੈ, ਜਿਨ੍ਹਾਂ ਨੇ ਇਹਨਾਂ ਨੂੰ ਆਪਣੀ ਪ੍ਰੈਜੈਂਟੇਸ਼ਨ ਵੀ ਦਿੱਤੀ, ਔਰ ਬਕਾਇਦਾ ਉਹਨਾਂ ਨਾਲ ਕਈ ਦਿਨ ਉਹਨਾਂ ਦਾ ਵਿਚਾਰ ਵਟਾਂਦਰਾ ਚੱਲਦਾ ਰਿਹਾ। ਉਹਨਾਂ ਦਾ ਵੀ ਇਸ ਸ਼ਿਵਰ ਬਾਰੇ ਕਹਿਣਾ ਸੀ ਕਿ ਉਹ ਕੋਈ ਉੱਥੋਂ ਕੋਈ ਸੇਧ ਨਹੀਂ ਬਣ ਸਕੀ, ਕੋਈ ਉੱਥੋਂ ਕੋਈ ਫੈਸਲਾ ਲੈ ਕੇ ਕੋਈ ਲੋਕਾਂ ਦੇ ਅੱਗੇ ਕਾਂਗਰਸ ਪਾਰਟੀ ਆ ਨਹੀਂ ਸਕੀ। ਤਾਂ ਇਸ ਤੋਂ ਇਹ ਵੀ ਗੱਲ ਲੱਗਦੀ ਹੈ ਕਿ ਜਿਸ ਤਰ੍ਹਾਂ ਹੁਣ ਇਹ ਇੰਗਲੈਂਡ ਦੇ ਵਿੱਚ ਜਿਹੜਾ ਇੱਕ ਸੰਮੇਲਨ ਹੋ ਰਿਹਾ ਉੱਥੇ, ਜਿੱਥੇ ਰਾਹੁਲ ਗਾਂਧੀ ਹੋਣੀ ਕੈਂਬਰਿਜ ਯੂਨੀਵਰਸਿਟੀ ਵੱਲੋਂ ਉੱਥੇ ਭਾਗ ਲੈਣ ਗਏ ਹੋਏ ਆ ਰਾਹੁਲ ਗਾਂਧੀ, ਉੱਥੇ ਜਦੋਂ ਉਹਨਾਂ ਨੂੰ ਵੀ ਚਿੰਤਨ ਸ਼ਿਵਰ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਵੀ ਕੋਈ ਉਹਦਾ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸਥਿਤੀ ਵਿੱਚ ਕਾਂਗਰਸ ਜਿਹੜੀ ਹੈ, ਉਹ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ 2024 ਚ ਟੱਕਰ ਦੇਣ ਦੀ ਸਥਿਤੀ ਚ ਆ ਸਕਦੀ ਹੈ? ਇੱਕ ਦੂਸਰੇ ਪਾਸੇ ਜਿਹੜੇ ਵੱਖ-ਵੱਖ ਜਿਹੜੀਆਂ ਖੇਤਰੀ ਪਾਰਟੀਆਂ, ਉਹਨਾਂ ਦਾ ਵੀ ਜਿਹੜਾ ਆਪਣੇ ਤੌਰ ਤੇ, ਜਿਵੇਂ ਜਿਹੜੇ ਤੇਲੰਗਾਨਾ ਦੇ ਮੁੱਖ ਮੰਤਰੀ ਹੈ ਕੇ ਚੰਦਰ ਸ਼ੇਖਰ ਰਾਓ, ਉਹ ਵੀ ਆਪਣਾ ਫਰੰਟ ਬਣਾਉਣ ਦੇ ਲਈ ਯਤਨ ਕਰ ਰਹੇ, ਸਾਰੀਆਂ ਜਿਹੜੀਆਂ ਖੇਤਰੀ ਪਾਰਟੀਆਂ। ਤੇ ਇਸ ਸਥਿਤੀ 'ਚ ਤੁਸੀਂ ਸਾਰਿਆਂ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਕਾਂਗਰਸ ਦੀ ਕੀ ਭੂਮਿਕਾ ਰਹਿਣ ਵਾਲੀ ਹੈ? ਦੇਖੋ, ਚਿੰਤਨ ਸ਼ਿਵਰ ਨੂੰ ਨਾ ਥੋੜਾ ਜਿਹਾ ਫੋਲੋ ਕਰਨ ਦਾ ਯਤਨ ਕੀਤਾ ਸੀਗਾ ਕਿ ਉੱਥੇ ਕੀ ਕਰ ਰਿਹਾ। ਰਾਜਸਥਾਨ ਦੇ ਵਿੱਚ ਜਦੋਂ ਇਹ ਸਾਰੇ ਜੀ ਜੀ, ਨੈਸ਼ਨਲ ਉਦੈਪੁਰ 'ਚ ਹੋਇਆ। ਹਾਂ, ਉਦੈਪੁਰ ਦੇ ਵਿੱਚ ਹੋਇਆ, ਸਾਰੀ ਨੈਸ਼ਨਲ ਲੀਡਰਸ਼ਿਪ ਇਕੱਠੀ ਹੋਈ। ਜੋ ਇਨ ਕੰਕਰੀਟ ਸਾਹਮਣੇ ਆਇਆ ਕਿ ਉਹਨਾਂ ਨੇ ਦੋ ਗਰੁੱਪ ਕ੍ਰੀਏਟ ਕੀਤੇ। ਇੱਕ ਪੋਲੀਟੀਕਲ ਗਰੁੱਪ ਹੈਗਾ, ਦੂਸਰਾ ਉਹਨਾਂ ਦੀ ਟਾਸਕ ਫੋਰਸ ਹੈਗੀ। ਔਰ ਪੋਲੀਟੀਕਲ ਗਰੁੱਪ ਨੇ ਕੀ ਕਰਨਾ ਆ, ਕੀ ਨਹੀਂ ਕਰਨਾ, ਉਹ ਸ਼ਾਇਦ ਅਜੇ ਆਪਣੀ ਪਾਲਿਸੀ ਨੂੰ ਰਿਵਿਊ ਕਰਕੇ ਉਹਦਾ ਕੋਈ ਨਤੀਜਾ ਕੱਢੇਗੀ। ਜੋ ਮੈਨੂੰ ਸਮਝ ਆਉਂਦੀ ਹੈ ਗੱਲ, ਕਿ ਉਹ ਗਰੁੱਪ ਬਣਾ ਦਿੱਤਾ ਗਿਆ ਜਿਹੜਾ ਸਟੱਡੀ ਕਰਕੇ ਉਹਦਾ ਆਪਣਾ ਭਵਿੱਖ ਦਾ ਫਲਸਫਾ ਤੇ ਭਵਿੱਖ ਦਾ ਜਿਹੜਾ ਪੋਲੀਟੀਕਲ ਪ੍ਰੋਗਰਾਮ ਤੈਅ ਕਰੇਗਾ। ਟਾਸਕ ਫੋਰਸ ਹੈ ਜਿਹੜੀ, ਉਹਦੇ ਵੱਲ ਜਦੋਂ ਦੇਖਦੇ ਹਾਂ ਤਾਂ ਐਂ ਲੱਗਦਾ ਹੈ ਕਿ ਸਿਰਫ ਇਲੈਕਸ਼ਨ ਸਟ੍ਰੈਟਜੀ ਜਿਹੜੀ ਹੈ ਨਾ, ਉਹਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਨਾ ਉਹ ਜ਼ੋਰ ਦਿੱਤਾ ਗਿਆ ਕਿ ਉਹ ਸਿਰਫ ਇਲੈਕਸ਼ਨ ਦੇ ਤੋੜ ਜੋੜ, ਕਿਹਨੂੰ ਟਿਕਟ ਦੇਣੀ ਆ, ਜੇਤੂ ਕੌਣ ਹੋ ਸਕਦਾ, ਉਹਦੇ ਦੁਆਲੇ ਜਿਹੜਾ ਨਾ ਉਹ ਜਿਹੜਾ ਟਾਸਕ ਫੋਰਸ ਹੈ ਜਿਹੜੀ ਨਾ, ਉਹ ਉਸ ਤਰ੍ਹਾਂ ਦੀ ਜਿਹੜਾ ਉਹਦਾ ਇਮੇਜ ਕੁਛ ਉੱਭਰ ਕੇ ਸਾਹਮਣੇ ਆਉਂਦਾ ਸਾਡੇ। ਲੇਕਿਨ ਜਦੋਂ ਮੈਂ ਉਹ ਦੇਖਿਆ ਕਿ ਐਂਡ ਦੇ ਉੱਤੇ ਜਦੋਂ ਖਤਮ ਹੋਇਆ, ਉਹਦੇ ਵਿੱਚ ਰਾਹੁਲ ਗਾਂਧੀ ਨੂੰ ਸੁਲਝਣ ਦੀ, ਦੇਖਣ ਦੀ, ਪੜ੍ਹਨ ਦੀ, ਸੁਣਨ ਦੀ ਕੋਸ਼ਿਸ਼ ਕੀਤੀ, ਤਾਂ ਆਖਿਰਕਾਰ ਇੱਕ ਜਿਹੜਾ ਉਹਨਾਂ ਨੇ ਪਿਨ ਪੁਆਇੰਟ ਕੀਤਾ ਕਿ ਬੀਜੇਪੀ ਨੂੰ, ਭਾਰਤੀ ਜਨਤਾ ਪਾਰਟੀ ਨੂੰ, ਜਾਂ ਜਿਹੜਾ ਉਹਦੇ ਪਿੱਛੇ ਆਰਐਸਐਸ ਕੰਮ ਕਰਦੀ ਹੈਗੀ ਆ, ਉਹਨਾਂ ਦੇ ਨਾਲ ਸਾਡਾ ਜਿਹੜਾ ਵਿਚਾਰਧਾਰਕ ਜੰਗ ਹੈਗੀ ਆ, ਉਹ ਸਿਰਫ ਕਾਂਗਰਸ ਦੀ ਅਗਵਾਈ ਵਿੱਚ ਹੀ ਲੜੀ ਜਾ ਸਕਦੀ। ਉਹ ਜਾਣੀ ਵਿਚਾਰਧਾਰਕ ਜੰਗ ਦੀ ਗੱਲ ਜਿਹੜੀ ਨਾ, ਉਹ ਜਿਹੜੀ ਕਿ ਅਸਲ 'ਚ ਮੇਨ ਗੱਲ ਇਹ ਹੈਗੀ ਆ, ਉਹ ਇਹ ਸਮਝਣ ਦੇ ਵਿੱਚ ਸ਼ਾਇਦ ਅਜੇ ਸਮਰੱਥ ਨਹੀਂ ਹੋਏ ਕਿ ਬੀਜੇਪੀ ਦਾ ਰਾਜ ਦੇ ਵਿੱਚ ਆਉਣਾ, ਉਹ ਉਹਨਾਂ ਦੀ ਬੜੀ ਲੰਬੀ ਵਿਚਾਰਧਾਰਕ ਜੰਗ ਦਾ ਨਤੀਜਾ ਹੈਗਾ, ਜਿਹਦਾ ਮੁਕਾਬਲਾ ਇਹਨਾਂ ਨੂੰ ਵਿਚਾਰਧਾਰਕ ਲੜਾਈ ਦੇ ਪੱਧਰ ਤੇ ਹੀ ਕਰਨਾ ਪੈਣਾ ਸੀਗਾ। ਹੁਣ ਜਦੋਂ ਅਸੀਂ ਇਹਨਾਂ ਦਾ ਸਾਰਾ ਇਤਿਹਾਸ ਦੇਖਦੇ ਹਾਂ ਕਾਂਗਰਸ ਦਾ, ਤਾਂ ਇਹ ਗੱਲ ਸਮਝ ਆਉਂਦੀ ਆ ਕਿ ਜਿਹੜਾ ਜਿਸ ਫਲਸਫੇ ਦੇ ਉੱਤੇ ਕਾਂਗਰਸ ਪਾਰਟੀ ਚੱਲ ਰਹੀ ਸੀ, ਬਣੀ ਸੀ, ਔਰ ਉਹਦਾ ਜਿਹੜਾ ਬੇਸ ਸੀਗਾ, ਉਸ ਤੋਂ ਇਹ ਖਿਸਕਣ ਦਾ ਨਤੀਜਾ ਇਹ ਹੋਇਆ ਕਿ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਮਿਲ ਗਿਆ ਰਾਜ ਦੇ ਵਿੱਚ ਆਉਣ ਦਾ। ਉਹ ਇਹਨਾਂ ਦਾ ਜਿਹੜਾ ਸੈਕੂਲਰਿਜ਼ਮ ਦਾ ਇੰਨਾ ਲੰਬਾ ਇਤਿਹਾਸ ਸੀਗਾ, ਜਿਹੜਾ ਫੈਡਰਲਿਜ਼ਮ ਦਾ ਲੰਬਾ ਇਤਿਹਾਸ ਸੀਗਾ, ਜਿਹੜਾ ਨੈਸ਼ਨਲ ਇੰਟੈਗ੍ਰਿਟੀ ਦੇ ਨਾਲ ਜੁੜੇ ਹੋਏ ਇਹਨਾਂ ਦਾ ਫਲਸਫਾ, ਉਹਦੇ ਤੋਂ ਪਿੱਛੇ ਹਟ ਜਾਣੇ ਕਿ ਜਿਹੜਾ ਸੈਕੂਲਰ ਸੈਕਸ਼ਨ ਸੀ ਸਾਡੀ ਵਸੋਂ ਦਾ, ਜਿਹਦੇ ਵਿੱਚ ਧਰਮਾਂ ਤੋਂ ਵੀ ਉੱਪਰ ਜੇ ਉੱਠ ਜਾਈਏ, ਉਹ ਹਰ ਜਿੱਦਾਂ
ਹਿੰਦੂ ਕਮਿਊਨਿਟੀ ਦੇ ਵਿੱਚ ਵੀ ਬਹੁਤ ਭਾਰੀ ਸੈਕਸ਼ਨ ਹੈ ਜਿਹੜਾ ਉਹ ਸੈਕੂਲਰਿਜ਼ਮ ਨੂੰ ਅਪਣਾਇਆ ਹੋਇਆ ਹੈਗਾ। ਲੇਕਿਨ ਜੇ ਉਸ ਦਾ ਨਤੀਜਾ ਠੀਕ ਨਾ ਕੱਢਿਆ ਜਾਵੇ ਤਾਂ ਫਿਰ ਇਹਨਾਂ ਨੂੰ ਇਹ ਗੱਲ ਉਨੀ ਦੇਰ ਸਮਝ ਸ਼ਾਇਦ ਨਾ ਆ ਸਕੇ ਕਿ ਇਹਨਾਂ ਨੂੰ ਆਪਣੇ ਪੁਰਾਣੇ ਪ੍ਰੋਗਰਾਮ ਨੂੰ ਨਵੇਂ ਹਾਲਾਤ ਦੇ ਵਿੱਚ ਕਿਵੇਂ ਵਿਕਸਿਤ ਕਰਕੇ ਅੱਗੇ ਲੈ ਕੇ ਆਉਣਾ। ਤਾਂ ਸ਼ਾਇਦ ਇਹ ਛੋਟੇ ਮੋਟੇ ਪੰਚਰ ਲਾ ਕੇ ਜਿਹੜੇ ਨਾ ਉਹ ਰਿਵਾਈਵ ਨਹੀਂ ਕਰ ਸਕਣਗੇ ਆਪਣੇ ਆਪ ਨੂੰ। ਇਹ ਜਿੰਨਾ ਪਰ ਚਿਰ ਉੱਥੇ ਤਾਂ ਚਾਹੇ ਜਿਸ ਤਰ੍ਹਾਂ ਤੁਸੀਂ ਉੱਥੋਂ ਦੀ ਗੱਲ ਕਰ ਰਹੇ ਰਾਹੁਲ ਗਾਂਧੀ ਦੀ, ਰਾਹੁਲ ਗਾਂਧੀ ਹੋਣਾ ਤਾਂ ਉੱਥੇ ਜੋ ਕੁਝ ਕਿਹਾ ਖੇਤਰੀ ਪਾਰਟੀਆਂ ਦੀ ਕੋਈ ਵਿਚਾਰਧਾਰਾ ਨਹੀਂ, ਉਹਦੇ ਨਾਲ ਤਾਂ ਖੇਤਰੀ ਪਾਰਟੀਆਂ ਸਗੋਂ ਨਿਰਾਸ਼ ਹੋਈਆਂ, ਦੂਰ ਦੂਰ ਗਈਆਂ ਇਹਨਾਂ ਤੋਂ। ਇਹੀ ਮੈਂ ਕਹਿ ਰਿਹਾ ਕਿ ਇਹ ਅਸਲ ਦੇ ਵਿੱਚ ਇਹਨਾਂ ਦਾ ਓਰੀਜਨਲ ਜਿਹੜੀ ਫਲਸਫਾ ਸੀਗਾ ਇਹ ਉਹ ਨਹੀਂ ਹੈ, ਹਨਾ। ਇਹ ਉਸ ਤਰ੍ਹਾਂ ਦਾ ਨਹੀਂ ਹੈ। ਜੇ ਅਸੀਂ ਪੰਡਿਤ ਨਹਿਰੂ ਜੀ ਦੀ ਵਿਚਾਰਧਾਰਾ ਨੂੰ ਵੀ ਦੇਖੀਏ, ਜੇ ਉਸ ਨੂੰ ਵੀ ਇਹ ਧਿਆਨ ਦੇ ਨਾਲ ਬਚਦੇ ਰਹਿੰਦੇ ਤਾਂ ਵੀ ਇਹਨਾਂ ਨੂੰ ਆਪਣੇ ਟਿਕਾਣੇ ਤੇ ਰਹਿਣ ਦਾ ਜਿਹੜਾ ਨਾ ਉਹ ਪ੍ਰੇਰਨਾ ਮਿਲਦੀ ਕਿ ਅਸੀਂ ਇਸ ਦੇਸ਼ ਦੇ ਵਿੱਚ ਸੈਕੂਲਰ ਫੋਰਸਸ ਨੂੰ ਇਕੱਠਿਆਂ ਕਰਨ ਦੇ ਵਿੱਚ, ਵੱਖ-ਵੱਖ ਕੌਮੀਅਤਾਂ ਦਾ ਇਹ ਦੇਸ਼ ਹੈਗਾ, ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦਾ ਜਿਹੜਾ ਉਹ ਸਾਡੀ ਜ਼ਿੰਮੇਵਾਰੀ ਦਾ ਹਿੱਸਾ ਹੈਗਾ ਆ। ਉਸ ਤੋਂ ਬਿਨਾਂ ਇਹ ਅੱਗੇ ਛੋਟੀਆਂ ਮੋਟੀਆਂ ਜਿਹੜੀਆਂ ਨਾ ਸਟ੍ਰੈਟਜੀਜ਼ ਹੈਗੀਆਂ, ਚੋਣ ਦੀਆਂ ਸਟ੍ਰੈਟਜੀਜ਼ ਹੈਗੀਆਂ ਆ, ਉਹਨਾਂ ਦੇ ਨਾਲ ਰਾਜ ਦੇ ਵਿੱਚ ਵਾਪਸ ਆਉਣਾ ਜਿਹੜਾ ਨਾ ਬਹੁਤਾ ਸੰਭਵ ਨਹੀਂ ਹੈਗਾ। ਜਿੰਨਾ ਚਿਰ ਇਹ ਆਈਡੀਓਲੋਜੀਕਲ ਫਾਈਟ ਤੇ ਨਹੀਂ ਉਤਰਨਗੇ ਇਸ ਦੇਸ਼ ਦੇ ਵਿੱਚ ਰੂਲਿੰਗ ਪਾਰਟੀ ਦੇ ਨਾਲ, ਉਨੀ ਦੇਰ ਇਹ ਪ੍ਰੈਜ਼ੈਂਟ ਨਹੀਂ ਕਰ ਸਕਦੇ ਕਿ ਉਹਨਾਂ ਦਾ ਤੇ ਸਾਡੇ ਵਿੱਚ ਵਖਰੇਵਾਂ ਕੀ ਹੈ, ਸਾਡੀਆਂ ਕਿੱਥੇ ਉਹਨਾਂ ਦੇ ਨਾਲ ਵਿਰੋਧ ਆ, ਅਸੀਂ ਕਿਸ ਐਂਗਲ ਤੋਂ ਉਹਨਾਂ ਦੇ ਨਾਲ ਲੜਾਈ ਇਸ ਕਰਕੇ ਨਹੀਂ ਲੜ ਰਹੇ ਕਿ ਇੱਥੋਂ ਅਸੀਂ ਉਹਨਾਂ ਨੂੰ ਇਸ ਢੰਗ ਨਾਲ ਨਹੀਂ ਜਿੱਤਣ ਦੇਵਾਂਗੇ, ਇਹਨਾਂ ਲੋਕਾਂ ਨੂੰ, ਇਹਨਾਂ ਫੋਰਸਸ ਨੂੰ ਇਕੱਠੇ ਕਰਾਂਗੇ। ਉਹ ਜਿਹੜੀ ਪ੍ਰਸ਼ਾਂਤ ਕਿਸ਼ੋਰਿਜ਼ਮ ਹੈ ਨਾ ਜਿਹੜਾ, ਉਹ ਇਹੀ ਆ ਕਿ ਕਿੰਨੀਆਂ ਵੋਟਾਂ ਕਿਧਰਲੇ ਪਾਸਿਓਂ ਤੋੜ ਕੇ ਇਕੱਠੀਆਂ ਕਰਕੇ ਲਿਆ ਕੇ ਜਿਹੜਾ ਨਾ ਕੈਂਡੀਡੇਟ ਜਿੱਤ ਸਕਦਾ। ਉਹੀ ਹੁਣ ਦੇਖਣ ਵਾਲੀ ਗੱਲ ਇਹੀ ਹੈ ਕਿ ਜਿਹੜੀ ਪ੍ਰਸ਼ਾਂਤ ਕਿਸ਼ੋਰ ਨਾਲ ਗੱਲ ਇਹਨਾਂ ਦੀ ਸਿਰੇ ਨਹੀਂ ਲੱਗੀ, ਉਸ ਸਥਿਤੀ ਦੇ ਵਿੱਚ ਜਿਹੜੀ ਤੁਸੀਂ ਟਾਸਕ ਫੋਰਸ ਦਾ ਜ਼ਿਕਰ ਕੀਤਾ ਹੈ, ਟਾਸਕ ਫੋਰਸ 2024 ਉਹਦਾ ਨਾਮ ਉਹਨਾਂ ਨੇ ਰੱਖਿਆ ਤੇ ਉਹਦੇ ਵਿੱਚ ਬਕਾਇਦਾ ਜਿਹੜੇ ਲੋਕਾਂ ਨੂੰ ਲਿਆ ਗਿਆ, ਉਹਦੇ 'ਚ ਇੱਕ ਚੋਣ ਰਣਨੀਤੀਕਾਰ ਵੀ ਹੈ, ਸੁਨੀਲ ਕਾਨੂੰ ਗੋਲੂ ਉਹਦਾ ਨਾਂ ਹੈਗਾ, ਜਿਹੜਾ ਕਿ ਬਕਾਇਦਾ ਪ੍ਰਸ਼ਾਂਤ ਕਿਸ਼ੋਰ ਦਾ ਹੀ ਸਾਥੀ ਸੀਗਾ ਤੇ ਉਹਦੇ ਨਾਲ ਸੀਗਾ। ਉਹਨੇ ਕਾਂਗਰਸ 'ਚ ਆ ਕੇ ਉਸ ਟਾਸਕ ਫੋਰਸ ਦਾ ਹਿੱਸਾ ਬਣ ਗਿਆ। ਉਹਦੇ ਤੋਂ ਇਹ ਲੱਗਦਾ ਹੈ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਕਿ ਕਾਂਗਰਸ ਵਿਚਾਰਧਾਰਕ ਲੜਾਈ ਲੜ ਕੇ ਜਾਂ ਆਪਣਾ ਇੱਕ ਪ੍ਰੋਗਰਾਮ, ਉਹਦਾ ਬਦਲਵਾਂ ਪ੍ਰੋਗਰਾਮ ਜਿਹੜੀ ਇਸ ਵੇਲੇ ਹਾਕਮ ਧਿਰ ਆ ਉਹਦੇ ਪੇਸ਼ ਕਰੇ ਲੋਕਾਂ ਦੇ ਅੱਗੇ, ਆਪਣਾ ਬਰਤਾਂਤ ਸਿਰਜੇ, ਆਪਣਾ ਬ੍ਰਾਂਡ ਬਣਾਵੇ, ਉਸ ਦੀ ਥਾਂ ਤੇ ਇਹਨਾਂ ਚੋਣ ਰਣਨੀਤੀਕਾਰਾਂ ਦੇ ਆਸਰੇ ਹੀ ਚੋਣ ਜਿਹੜੀ ਹੈ ਜਿੱਤਣਾ ਚਾਹੁੰਦੀ ਹੈ। ਕਿਉਂਕਿ ਉਹ ਜਿਹੜੀ ਉਹਨਾਂ ਨੇ ਟਾਸਕ ਫੋਰਸ 2024 ਬਣਾਈ ਆ, ਉਹ ਚੋਣ ਪ੍ਰਬੰਧਾਂ ਦੇ ਲਈ ਬਣਾਈ ਹੈ, ਜਿਹਨੇ ਰਣਨੀਤੀ ਬਣਾਉਣੀ ਹੈ, ਜਿਹਨੇ ਚੋਣ ਲੜਨ ਦੇ ਢੰਗ ਤਰੀਕੇ ਕਰਨੇ ਆ, ਚੋਣਾਂ ਦੀ ਫੰਡ ਦਾ ਪ੍ਰਬੰਧ ਕਰਨਾ, ਚੋਣਾਂ ਦੇ ਉਮੀਦਵਾਰ ਕਿਸ ਤਰ੍ਹਾਂ, ਉਹ ਸਾਰਾ ਕੁਝ ਜਿਹੜਾ ਹੈਗਾ ਉਹ ਉਹਨੇ ਕਰਨਾ। ਤੇ ਉਹਦੇ ਵਿੱਚ ਉਸ ਰਣਨੀਤੀਕਾਰ ਨੂੰ ਲੈ ਆਂਦਾ ਗਿਆ, ਜਿਹੜਾ ਪ੍ਰਸ਼ਾਂਤ ਕਿਸ਼ੋਰ ਨਾਲ ਸਮਝੌਤਾ ਸਿਰੇ ਨਹੀਂ ਚੜਿਆ, ਉਹਨੂੰ ਲੈ ਆਂਦਾ ਗਿਆ। ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕਿ ਕਾਂਗਰਸ ਜਿੰਨੀ ਦੇਰ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵਿਚਾਰਧਾਰਕ ਲੜਾਈ ਦੀ, ਕਾਂਗਰਸ ਦਾ ਇੱਕ ਆਪਣਾ ਪ੍ਰੋਗਰਾਮ, ਆਰਥਿਕ ਪ੍ਰੋਗਰਾਮ, ਲੋਕਾਂ ਨੂੰ ਜਿਹਦੇ ਤੋਂ ਇਹ ਲੱਗੇ ਕਿ ਜੇ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਇਹ ਦੇਸ਼ ਨੂੰ ਆਰਥਿਕ ਤੌਰ ਤੇ ਕਿਸ ਪਾਸੇ ਲੈ ਕੇ ਜਾਏਗੀ, ਸਮਾਜਿਕ ਤੌਰ ਤੇ ਕਿਸ ਪਾਸੇ ਲੈ ਕੇ ਜਾਏਗੀ, ਰਾਸ਼ਟਰੀ ਤੌਰ ਤੇ ਕਿਸ ਪਾਸੇ ਲੈ ਕੇ ਜਾਏਗੀ, ਤੇ ਜਿਹੜੀ ਇੱਥੇ ਇਸ ਵੇਲੇ ਫਿਰਕੂ ਸਥਿਤੀ ਬਣੀ ਹੋਈ ਹੈ, ਜਿਹੜੇ ਤਣਾਅ ਬਣੇ ਹੋਏ ਆ, ਉਹਦੇ ਵਿੱਚੋਂ ਦੇਸ਼ ਨੂੰ ਕਿਸ ਤਰ੍ਹਾਂ ਕੱਢੇਗੀ, ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਕੋਈ ਵੀ ਕਾਂਗਰਸ ਵੱਲੋਂ ਅਜੇ ਤੱਕ ਸਾਹਮਣੇ ਨਹੀਂ ਆਈ। ਤੇ ਉਸ ਸਥਿਤੀ ਵਿੱਚ ਜਦੋਂ ਰਣਨੀਤੀਕਾਰ ਨੂੰ ਲਿਆਂਦਾ ਗਿਆ ਤਾਂ ਉਹਦੇ ਤੋਂ ਇਹ ਲੱਗਦਾ ਹੈ ਕਿ ਉਹ ਜਿਹੜੀ ਗੱਲ ਤੁਸੀਂ ਕਹੀ ਹੈਗੀ ਪ੍ਰਸ਼ਾਂਤ ਕਿਸ਼ੋਰ ਵਾਲੀ, ਕਿ ਉਸੇ ਹੀ ਰਣਨੀਤੀ ਨਾਲ ਨਹੀਂ ਕਾਂਗਰਸ ਅੱਗੇ ਵਧਣਾ ਚਾਹੁੰਦੀ। ਨਹੀਂ, ਇਹ ਠੀਕ ਹੈ। ਜਦੋਂ ਅਸੀਂ ਇਹਨੂੰ ਧਿਆਨ ਨਾਲ ਦੇਖੀਏ ਨਾ ਕਿ ਜਿਹੜੀ ਟਾਸਕ ਫੋਰਸ ਬਣਾਈ ਗਈ, ਜਿਹੜੀ ਉਹਦੀ ਕੰਪੋਜੀਸ਼ਨ ਹੈ, ਉਹਦੇ ਵਿੱਚ ਹੀ ਪ੍ਰਸ਼ਾਂਤ ਕਿਸ਼ੋਰ ਦਾ ਸਾਥੀ ਜਿਹੜਾ ਨਾ ਉਸੇ 'ਚ ਹੀ ਸ਼ਾਮਲ ਹੈਗਾ, ਔਰ ਉਹਦੇ ਵਿੱਚ ਹੀ ਪ੍ਰਿਯੰਕਾ ਗਾਂਧੀ ਵੀ ਸ਼ਾਮਲ ਹੈਗੀ ਹੈ ਨਾ। ਉਹਦੇ ਵਿੱਚ ਹੋਰ ਸਟ੍ਰੈਟਜਿਸਟ ਹੈ ਜਿਹੜੇ ਉਹ ਵੀ ਹੈਗੇ ਆ। ਲੱਗਦਾ ਇਹ ਆ ਕਿ ਗਰੁੱਪ ਭਾਵੇਂ ਇੱਕ ਪੋਲੀਟੀਕਲ ਤੇ ਇੱਕ ਟਾਸਕ ਫੋਰਸ ਬਣਾ ਰਿਹਾ ਹੈ, ਤੇ ਕੰਮ ਜਿਹੜਾ ਨਾ ਪ੍ਰਮੁੱਖ ਤੌਰ ਤੇ ਟਾਸਕ ਫੋਰਸ ਨੇ ਹੀ ਕਰਨਾ, ਕਿਉਂਕਿ ਸਾਰਾ ਜਿਹੜਾ ਕੰਸੈਂਟਰੇਸ਼ਨ ਹੈਗੀ ਆ ਉਹ 2024 ਦੀਆਂ ਇਲੈਕਸ਼ਨਾਂ ਦੇ ਉੱਤੇ, ਇਲੈਕਸ਼ਨਾਂ ਦੇ ਜੋੜ ਤੋੜ ਦੇ ਲਈ ਕੰਮ ਕਰਨ ਦਾ ਜਿਹੜਾ ਨਾ ਉਹਨੂੰ ਇਹ ਟਾਸਕ ਫੋਰਸ ਨੂੰ, ਜਿਹੜਾ ਮੈਨੂੰ ਲੱਗਦਾ ਕਿ ਫਾਈਨਲੀ ਟਾਸਕ ਫੋਰਸ ਜਿਹੜੀ ਫੰਕਸ਼ਨਲ ਹੋਏਗੀ ਮੇਨ, ਤੇ ਪਾਲਿਸੀ ਪ੍ਰੋਗਰਾਮ ਜਿਨ੍ਹਾਂ ਨੇ ਤਿਆਰ ਕਰਨਾ ਜਾਂ ਰਿਵਾਈਜ਼ ਕਰਨਾ ਹੈਗਾ,
ਉਹ ਸ਼ਾਇਦ ਸੈਕੰਡਰੀ ਅਜੇ ਵੀ ਨਜ਼ਰ ਆ ਰਿਹਾ। ਲੇਕਿਨ ਇਹਦੇ ਨਾਲ ਇਹ ਸਿਰੇ ਲੱਗਣ ਵਾਲਾ ਇਸ ਕਰਕੇ ਮਾਮਲਾ ਨਹੀਂ ਹੈਗਾ, ਕਿਉਂਕਿ ਇਹਦੇ ਵਿੱਚ ਜੋ ਉਭਰ ਕੇ ਸਾਹਮਣੇ ਆ ਰਹੀਆਂ ਦੇਸ਼ ਦੀਆਂ ਲੋੜਾਂ, ਦੇਸ਼ ਦੇ ਲੋਕਾਂ ਦੀਆਂ ਲੋੜਾਂ, ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਸਭ ਤੋਂ ਪਹਿਲਾਂ ਕੀ ਆ, ਸਭ ਤੋਂ ਪਹਿਲਾਂ ਇਹ ਆ ਕਿ ਪ੍ਰੋਗਰਾਮ ਦੀ ਪ੍ਰੋਜੈਕਸ਼ਨ ਹੋਵੇ ਕਿ ਇਹ ਪ੍ਰੋਗਰਾਮ ਹੈ ਜਿਹਦੇ ਉੱਤੇ ਉਹਨਾਂ ਦੀ ਟਾਸਕ ਫੋਰਸ ਕੰਮ ਕਰੇਗੀ, ਹੈ ਨਾ। ਉਹ ਪ੍ਰੋਗਰਾਮ ਅਜੇ ਮਿਸਿੰਗ ਆ। ਔਰ ਕੀ ਸੂਬਿਆਂ ਦੇ ਅਧਿਕਾਰਾਂ ਦਾ ਮਸਲਾ, ਉਹਦੇ ਪ੍ਰਤੀ ਕਿੰਨੀ ਸੀਰੀਅਸਨੈਸ ਹੈਗੀ ਆ, ਜਿਹੜਾ ਕਿ ਥੱਲਿਓਂ ਉਭਰ ਕੇ ਸਾਹਮਣੇ ਆ ਰਿਹਾ, ਜਾਂ ਕਮਿਊਨਲ ਹਾਰਮਨੀ ਦਾ ਜਿਹੜਾ ਮਸਲਾ ਹੈਗਾ। ਲੋਕ ਇਸ ਗੱਲ ਤੋਂ ਅੱਕੇ ਦੁਖੇ ਪਏ ਹੈਗੇ ਆ ਕਿ ਇੱਕੋ ਏਜੰਡੇ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਬਾਕੀ ਜਿਹੜਾ ਨਾ ਲੋਕਾਂ ਦਾ ਕੰਜ਼ਿਊਮਰ ਨਿਕਲਿਆ ਹੋਇਆ, ਉਹਦੇ ਪ੍ਰਤੀ ਕੀ ਐਟੀਟਿਊਡ ਹੈਗਾ ਕਿ ਸੈਕੂਲਰਿਜ਼ਮ ਦੀ ਲੜਾਈ ਨੂੰ ਕੀ ਸਟ੍ਰੈਟਜੀ ਟਾਸਕ ਫੋਰਸ ਕਿਸ ਤਰ੍ਹਾਂ ਲਏਗੀ। ਕਿਆ ਸੈਕੂਲਰਿਜ਼ਮ ਨੂੰ ਲੈ ਕੇ ਚੱਲੇਗੀ, ਸੂਬਿਆਂ ਦੇ ਵੱਧ ਅਧਿਕਾਰਾਂ ਨੂੰ, ਫੈਡਰਲਿਜ਼ਮ ਨੂੰ ਲੈ ਕੇ ਚੱਲੇਗੀ, ਜਾਂ ਜਿਹੜਾ ਸੈਂਟਰਲਾਈਜੇਸ਼ਨ ਦਾ ਇੱਕ ਪ੍ਰੋਸੈਸ ਸ਼ੁਰੂ ਕੀਤਾ ਹੋਇਆ ਕਿ ਬਾਕੀ ਸਾਰੇ ਨਲੀਫਾਈ ਸੂਬਿਆਂ ਦੇ ਅਧਿਕਾਰ ਜਿਹੜੇ ਨਾ ਉਹ ਸਾਰੇ ਆਪਣੇ ਉਹਨੂੰ ਨਹੀਂ, ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਕਿੱਦਾਂ ਫਾਈਟ ਕਰੇਗੀ, ਉਹ ਵੀ ਕੋਈ ਇਹਦੇ ਚ ਜ਼ਿਕਰ? ਉਹ ਉਸੇ ਦੇ ਵਿੱਚੋਂ ਹੀ ਨਿਕਲਦਾ ਆ ਕਿ ਉਹ ਜਿਹੜਾ ਟੋਟਲ ਸੈਂਟਰਲਾਈਜੇਸ਼ਨ ਹੈਗੀ ਆ ਇਕਨੋਮੀ ਦੀ ਵੀ, ਜਿਹਨੂੰ ਅਸੀਂ ਹੁਣ ਇਹ ਕਹਿ ਦਈਏ ਕਿ ਜੀ ਜਿਹੜਾ ਟੈਕਸ ਸਿਸਟਮ ਹੈਗਾ ਹੈ ਨਾ, ਉਹਦੀ ਜਿੱਦਾਂ ਸੈਂਟਰਲਾਈਜੇਸ਼ਨ ਹੋਈ ਆ, GST ਦਾ ਜਿਹੜਾ ਪਾਲਿਸੀ ਹੈਗੀ ਆ, ਉਹਨੂੰ ਧਿਆਨ ਦੇ ਨਾਲ ਸਮਝਿਆ ਚਲੇ ਜਾਂਦਾ ਤੇ ਤਾਂ ਪਤਾ ਲੱਗਦਾ ਆ ਕਿ ਇੱਕ ਇਕਨੋਮਿਕ ਸੈਂਟਰਲਾਈਜੇਸ਼ਨ, ਪੋਲੀਟੀਕਲ ਸੈਂਟਰਲਾਈਜੇਸ਼ਨ, ਹਰ ਚੀਜ਼ ਨੂੰ ਸੈਂਟਰਲਾਈਜ਼ ਕੀਤਾ ਜਾ ਰਿਹਾ। ਔਰ ਉਹਦੇ ਮੁਕਾਬਲੇ ਦੇ ਵਿੱਚ ਜਾਂ ਦੇਸ਼ ਕਿੱਥੇ ਚੱਲ ਗਿਆ, ਉਹਦੇ ਨਤੀਜੇ ਵਜੋਂ ਬੇਰੁਜ਼ਗਾਰੀ, ਉਹਦੇ ਨਤੀਜੇ ਵਜੋਂ ਮਹਿੰਗਾਈ, ਉਹਦੇ ਨਤੀਜੇ ਵਜੋਂ ਹੋਰ ਸਾਰੀਆਂ ਜਿਹੜੀਆਂ ਜੁੜਵੀਆਂ ਚੀਜ਼ਾਂ ਨਿਕਲਦੀਆਂ, ਜਿਹਦੇ 'ਚ ਅਸੀਂ ਹੈਲਥ ਦੇ ਸਿਸਟਮ ਦੇ ਵਿੱਚ ਵੀ ਇੰਨਾ ਸਾਡਾ ਜਾਣੀ ਉਹ ਸਾਹਮਣੇ ਆਇਆ, ਜਦੋਂ ਸੰਕਟ ਆਇਆ ਨਾ ਹੈਲਥ ਦਾ, ਉਹ ਸਾਹਮਣੇ ਆਇਆ, ਉਹ ਸਾਰੇ ਉਹਦੇ ਨਾਲ ਜੁੜੀਆਂ ਹੋਈਆਂ। ਉਹ ਇਕਨੋਮਿਕ ਪਾਲਿਸੀਜ਼ ਕਿਸ ਤਰ੍ਹਾਂ ਦੀਆਂ ਹੋਣਗੀਆਂ, ਪੋਲੀਟੀਕਲ ਪਾਲਿਸੀਜ਼ ਕਿਸ ਤਰ੍ਹਾਂ ਦੀਆਂ ਹੋਣਗੀਆਂ, ਜਿਹਦੇ ਤੇ ਟਾਸਕ ਫੋਰਸ ਕੰਮ ਕਰੇਗੀ, ਸਟ੍ਰੈਟਜੀ ਬਣਾਏਗੀ, ਉਹ ਦੋਹਾਂ ਦਾ ਕੰਬੀਨੇਸ਼ਨ ਅਜੇ ਨਜ਼ਰ ਨਹੀਂ ਆ ਰਿਹਾ। ਇਸ ਕਰਕੇ ਜਿੰਨੀ ਦੇਰ ਕਾਂਗਰਸ ਆਪਣਾ ਪ੍ਰੋਗਰਾਮ ਜਿਹੜਾ ਸਾਫ਼ ਨਜ਼ਰ ਆਵੇ, ਇੱਕ ਪੈਰਲਲ ਪ੍ਰੋਗਰਾਮ। ਇਹਦੇ ਨਾਲ ਇੱਕ ਗੱਲ ਹੋਰ ਵੀ ਹੈ ਕਿ ਉਹਨਾਂ ਦੀ ਅਜੇ ਜਥੇਬੰਦਕ ਜਿਹੜੀ ਤਾਕਤ ਹੈ, ਜਥੇਬੰਦੀ ਜਿਸ ਤਰ੍ਹਾਂ ਦੀ ਹਾਲਤ ਵਿੱਚ ਹੈ, ਉਹਦੇ ਵਿੱਚ ਵੀ ਬਕਾਇਦਾ ਉਹਦੀਆਂ ਚੋਣਾਂ ਹੋ ਰਹੀਆਂ ਤੇ ਅਗਸਤ ਤੱਕ ਉਹਨਾਂ ਨੇ ਆਪਣਾ ਪ੍ਰਧਾਨ ਚੁਣਨਾ ਅਜੇ, ਕਿ ਅੱਗੇ ਪ੍ਰਧਾਨ ਜਿਹੜਾ ਹੋਏਗਾ ਉਹ ਜਿਵੇਂ ਹੁਣ ਸੋਨੀਆ ਗਾਂਧੀ ਆ ਪੋਲੀਟੀਕਲ ਅਫੇਅਰਸ ਗਰੁੱਪ ਦੀ ਆਗੂ ਤੇ ਕਾਰਜਕਾਰੀ ਪ੍ਰਧਾਨ ਵੀ ਆ, ਤੇ ਕੀ ਉਹ ਜਿਹੜੇ ਅਗਸਤ ਤੋਂ ਬਾਅਦ ਸਥਿਤੀ ਫਿਰ ਹੋਰ ਵੀ ਵੱਖਰੀ ਨਜ਼ਰ ਆਏਗੀ, ਜਦੋਂ ਜੇ ਕਾਂਗਰਸ ਪ੍ਰਧਾਨ ਨਵਾਂ ਚੁਣਿਆ ਜਾਂਦਾ ਹੈ, ਉਹ ਗਾਂਧੀ ਪਰਿਵਾਰ ਚੋਂ ਹੁੰਦਾ ਹੈ ਜਾਂ ਕੋਈ ਹੋਰ ਹੁੰਦਾ ਹੈ? ਤੇ ਦੂਸਰਾ ਇਹ ਹੈ ਕਿ ਜਿਹੜੀਆਂ ਜਥੇਬੰਦਕ ਚੋਣਾਂ ਜਿੰਨੀ ਦੇਰ ਪੂਰੀਆਂ ਨਹੀਂ ਹੁੰਦੀਆਂ ਤਾਂ ਉਹਦੇ ਵਿੱਚ ਸੰਗਠਨ ਦੀ ਜਿਹੜੀ ਸ਼ਕਤੀ ਆ ਉਹਦਾ ਵੀ ਕੋਈ ਕਲੀਅਰ ਕੱਟ ਤਾਂ ਸਾਹਮਣੇ ਨਹੀਂ ਆ ਰਹੀ ਚੀਜ਼। ਨਹੀਂ ਜੰਡੂ ਸਾਹਿਬ, ਮੇਰਾ ਮੰਨਣਾ ਇਹ ਆ ਕਿ ਜਥੇਬੰਦਕ ਹੇਠਾਂ ਉੱਪਰ ਪ੍ਰਧਾਨ ਬਦਲਣ, ਅਹੁਦੇਦਾਰ ਬਦਲਣ ਦੇ ਨਾਲ ਪਾਰਟੀ ਦੀ ਜਥੇਬੰਦਕ ਹਾਲਤ ਸਟਰੈਂਥਨ ਹੋਣ ਵਾਲੀ ਇੱਦਾਂ ਨਹੀਂ ਹੈ, ਜਿੰਨੀ ਦੇਰ ਉਹ ਇੱਕ ਪੋਲੀਟੀਕਲ ਏਜੰਡਾ ਉਭਾਰ ਕੇ ਥੱਲਿਓਂ ਲੋਕਾਂ ਦੀ ਜਿਹੜੀ ਮਾਨਸਿਕਤਾ ਨੂੰ ਸਮਝਦੇ ਹੋਏ ਉਹਨਾਂ ਨੂੰ ਨਾਲ ਨਹੀਂ ਜੋੜਦੇ, ਪਾਰਟੀ ਦਾ ਤੇਜ਼ੀ ਦੇ ਨਾਲ ਅੱਗੇ ਵਧਣਾ ਜਿਹੜਾ ਨਾ ਉਹ ਸੰਭਵ ਉਨੀ ਦੇਰ ਨਹੀਂ ਹੈ। ਔਰ ਉਹ ਕਿਹੜੀਆਂ ਚੀਜ਼ਾਂ ਹੋਣਗੀਆਂ ਜਿਹੜੀ ਲੋਕ ਮਾਨਸਿਕਤਾ ਨੂੰ ਨਾਲ ਲੈ ਕੇ ਚੱਲਣਗੀਆਂ, ਉਹਦੇ ਵਿੱਚੋਂ ਇਹਨਾਂ ਦੀ ਜਥੇਬੰਦੀ ਵੀ ਜਿਹੜੀ ਤਕੜੀ ਹੋਣੀ ਆ। ਇਕੱਲੇ ਇੱਦਾਂ ਹੀ ਤਕੜੀ ਨਹੀਂ ਹੋ ਜਾਣੀ ਕਿ ਪ੍ਰਧਾਨ ਇੱਕ ਬਦਲ ਲਿਆ ਦੂਜਾ ਲੈ ਆਂਦਾ, ਜਾਂ ਇੱਕ ਲਾ ਦਿੱਤਾ ਇੱਕ ਹਟਾ ਦਿੱਤਾ। ਇਹਦੇ ਨਾਲ ਜਥੇਬੰਦੀ ਤਕੜੀ ਨਹੀਂ ਹੁੰਦੀ। ਜਥੇਬੰਦੀ ਤਕੜੀ ਹੁੰਦੀ ਆ ਜਦੋਂ ਲੋਕਾਂ ਦਾ ਮੁਹਾਨ ਪਿੱਛੇ ਖੜਾ ਹੁੰਦਾ ਹੈ, ਫੇਰ ਸਟਰੈਂਥਨ ਹੁੰਦੀ ਆ। ਉਹ ਕਿੱਦਾਂ ਖੜਾ ਹੋਏਗਾ? ਉਹ ਪ੍ਰੋਗਰਾਮ ਨਾਲ ਹੋਏਗਾ। ਉਹ ਪ੍ਰੋਗਰਾਮ ਕਿਹੜਾ ਆ? ਉਹ ਦੇਸ਼ ਦੀਆਂ ਅੱਜ ਦੀਆਂ ਲੋੜਾਂ ਦਾ ਪ੍ਰੋਗਰਾਮ ਹੈ, ਜਿਨ੍ਹਾਂ ਨੂੰ ਮੈਂ ਜ਼ਿਕਰ ਵੀ ਕਰ ਹਟਿਆ ਕਿ ਆਪਣੇ ਜਿੰਨਾ ਚਿਰ ਓਰੀਜਨਲ ਏਜੰਡੇ ਦੇ ਉੱਤੇ ਕਾਂਗਰਸ ਉਹਨੂੰ ਨਵਿਆ ਕੇ ਨਹੀਂ ਪੇਸ਼ ਕਰਦੀ, ਉਨੀ ਦੇਰ ਉਹ ਡਿਫਰੈਂਸ਼ੀਏਟ ਨਹੀਂ ਕਰ ਸਕਦੀ ਕਿ ਕੀ ਵੱਖਰਾ ਹੈਗਾ ਆ ਰੂਲਿੰਗ ਪਾਰਟੀ ਦੇ ਨਾਲੋਂ। ਇਹੀ ਕਾਰਨ ਹੈਗਾ ਕਿ ਇਹਨਾਂ ਦੀ ਜਿਹੜੀ ਆ ਲੀਡਰਸ਼ਿਪ ਟੱਪ ਕੇ ਉਧਰ ਨੂੰ ਜਾ ਰਹੀ ਆ, ਉਹਨੂੰ ਆਪ ਹੀ ਨਹੀਂ ਕਲੈਰਿਟੀ ਹੈ ਕਿ ਸਾਡਾ ਤੇ ਉਸ ਪਾਰਟੀ ਦਾ ਡਿਫਰੈਂਸ ਬੇਸਿਕ ਹੈ ਕੀ, ਜਿੱਥੇ ਅਸੀਂ ਸਾਰੀ ਉਮਰ ਲਾਈ ਆ। ਇਸ ਕਰਕੇ ਉਹਨਾਂ ਨੂੰ ਜਦੋਂ ਡਿਫਰੈਂਸ ਹੀ ਨਹੀਂ ਨਜ਼ਰ ਆ ਰਿਹਾ, ਉਹ ਕਹਿੰਦੇ ਇੱਥੇ ਹੋਏ ਜਾਂ ਉੱਥੇ ਹੋਏ, ਇੱਕੋ ਹੀ ਗੱਲ ਹੈਗੀ, ਉੱਥੇ ਇੱਜ਼ਤ ਮਿਲਦੀ ਆ, ਉੱਥੇ ਰਾਜ ਮਿਲਦਾ। ਚਾਹਨਾ ਜੀ, ਆਪਣੇ ਸ਼ੋਅ ਦਾ ਸਮਾਂ ਵੀ ਸਮਾਪਤ ਹੋ ਰਿਹਾ, ਸੰਖੇਪ ਚ ਤੁਸੀਂ ਜੋ ਗੱਲ ਕਰਨੀ ਉਹ ਆਪਣੀ ਗੱਲ ਨੂੰ ਪੂਰਾ ਕਰ ਦਿਓ।
ਮੇਰਾ ਖਿਆਲ ਹੈ ਕਿ ਕਾਂਗਰਸ ਨੂੰ ਲੋੜ ਇਸ ਵੇਲੇ ਇਹ ਆ ਕਿ ਆਪਣੇ ਏਜੰਡੇ ਨੂੰ ਨਿਖਾਰਨ, ਪੋਲੀਟੀਕਲ ਏਜੰਡੇ ਨੂੰ ਨਿਖਾਰਨ, ਔਰ ਉਹਦੇ ਵਿੱਚ ਹੀ ਇਹ ਹੋਏਗਾ ਕਿ ਉਹਨਾਂ ਦੀ ਜਿਹੜੀ ਆ ਜਥੇਬੰਦਕ ਤਾਕਤ ਵੀ ਵਧੇਗੀ, ਔਰ ਉਹ ਤਾਂ ਠੀਕ ਹੈ। ਵਧੇਗੀ ਹਨਾ। ਉਹ ਜਿੰਨਾ ਚਿਰ ਉਹਨੂੰ ਨਹੀਂ ਉਖਾੜਦੇ, ਜਿੰਨਾ ਚਿਰ ਇਹ ਤਾਂ ਹੀ ਮੈਂ ਇੱਕ ਸੈਂਟੈਂਸ ਰਾਹੁਲ ਗਾਂਧੀ ਜੀ ਦਾ ਬੋਲਿਆ ਸੀਗਾ ਕਿ ਉਹ ਕਹਿੰਦੇ ਆ ਕਿ ਵੀ ਆਈਡੀਓਲੋਜੀਕਲ ਫਾਈਟ ਰੂਲਿੰਗ ਪਾਰਟੀ ਨੂੰ ਸਿਰਫ ਕਾਂਗਰਸ ਦੀ ਅਗਵਾਈ, ਉਹ ਆਈਡੀਓਲੋਜੀਕਲ ਫਾਈਟ ਹੈ ਜਿਹੜੀ, ਉਹ ਕਿਹੜੀ ਆ, ਉਹ ਕਿੱਦਾਂ ਲੜਨਗੇ ਹਨਾ। ਉਹ ਅਸਲ ਦੇ ਵਿੱਚ ਕਿਉਂਕਿ ਆਈਡੀਓਲੋਜੀਕਲ ਫਾਈਟ ਦੇ ਨਾਲ ਉਹ ਰਾਜ ਦੇ ਵਿੱਚ ਆਏ ਨੇ। ਇਹਨਾਂ ਦੀ ਆਈਡੀਓਲੋਜੀਕਲ ਫਾਈਟ ਤਾਂ ਹੀ ਹੋਏਗੀ ਨਾ ਜੇ ਪੈਰਲਲ ਆਈਡੀਓਲੋਜੀ ਦੀ ਪ੍ਰੋਜੈਕਸ਼ਨ ਹੋਏਗੀ ਕਿ ਆਹ ਕਰ ਰਹੇ ਹੈ। ਉਹ ਇਹਨਾਂ ਦੀ ਉਹ ਹੈ ਜਿਹੜੀ ਕਾਂਗਰਸ ਦਾ ਪੁਰਾਣਾ ਇਤਿਹਾਸ ਹੈਗਾ, ਸੈਕੂਲਰਿਜ਼ਮ ਹੈ, ਸੋਸ਼ਲਿਜ਼ਮ ਦਾ ਆਈਡੀਆ ਜਿਹੜਾ ਸਾਡਾ ਕਨਸਟੀਟਿਊਸ਼ਨ ਦੇ ਵਿੱਚ ਪਾਇਆ ਗਿਆ ਉਦੋਂ ਹਨਾ, ਔਰ ਸੋਸ਼ਲਿਸਟ ਔਰ ਸੈਕੂਲਰ। ਇਸੇ ਤਰ੍ਹਾਂ ਜਿਹੜਾ ਨਾ ਫੈਡਰਲਿਜ਼ਮ ਹੈ, ਰਾਜਾਂ ਦੇ ਅਧਿਕਾਰ, ਸਾਡੀ ਜ਼ੁਬਾਨ ਹੈਗੀ ਹੈ, ਜਿਹੜੀਆਂ ਬੋਲੀਆਂ ਹੈਗੀਆਂ, ਉਹਨਾਂ ਸਾਰਿਆਂ ਦਾ ਕੀ ਸਟੇਟਸ ਇਸ ਵੇਲੇ ਚੱਲ ਰਿਹਾ, ਜਾਂ ਇਹਨਾਂ ਦੀ ਕੀ ਪਾਲਿਸੀ ਉਹਦੇ ਪ੍ਰਤੀ। ਸੋ ਇਹ ਸਾਰਾ ਕੁਝ ਇੱਕ ਨੰਬਰ ਤੇ ਉਭਾਰਨ, ਫਿਰ ਇਹਨਾਂ ਦੀ ਜਿਹੜੀ ਆਰਗੇਨਾਈਜੇਸ਼ਨਲ ਸਟਰੈਂਥ ਵੀ ਜਿਹੜੀ ਨਾ ਉਹ ਕੰਸੋਲੀਡੇਟ ਹੋ ਜਾਏਗੀ, ਔਰ ਫਿਰ ਹੀ ਉਹਨਾਂ ਦੀ ਟਾਸਕ ਫੋਰਸ ਹੈ ਜਿਹੜੀ ਲੋਕਾਂ ਨੂੰ ਨਾਲ ਲੈਣ ਦੇ ਵਿੱਚ ਸਫਲ ਹੋਵੇਗੀ। ਉੱਦਾਂ ਜੋੜ ਤੋੜ, ਗਿਣਤੀਆਂ ਮਿਣਤੀਆਂ ਦਾ ਜ਼ਮਾਨਾ ਜਿਹੜਾ ਨਾ ਉਹ ਚਲਾ ਗਿਆ। ਆਪਾਂ ਜੇ ਪੰਜਾਬ ਦੇ ਉੱਤੇ ਹੀ ਨਜ਼ਰ ਮਾਰੀਏ, ਜਿਸ ਤਰ੍ਹਾਂ ਦਾ ਆਵਾਜ਼ ਆਇਆ ਹੋਇਆ ਸੀ, ਜੇ ਕੱਲੀ ਸੀਟ ਦੇ ਉੱਤੇ ਵੀ ਸਟ੍ਰੈਟਜੀ ਬਣਾਉਣ ਦੀ ਕੋਸ਼ਿਸ਼ ਕਰਦੇ ਤਾਂ ਨਤੀਜਾ ਬਹੁਤਾ ਵੱਖਰਾ ਨਹੀਂ ਨਿਕਲਣਾ ਸੀ। ਜਿਹੜੀ ਸਟ੍ਰੈਟਜੀ ਪ੍ਰਸ਼ਾਂਤ ਕਿਸ਼ੋਰ ਬਣਾਉਂਦੇ ਰਹੇ ਆ ਪਿੱਛੇ ਹੈ ਨਾ, ਜੇ ਉਹ ਸਟ੍ਰੈਟਜੀ ਕੱਲੀ ਸੀਟ ਤੇ ਵੀ ਬਣਾ ਕੇ ਚੱਲਦੇ ਤਾਂ ਰਿਜ਼ਲਟ ਬਹੁਤ, ਕਿਉਂਕਿ ਇੱਕ ਵਿਚਾਰਧਾਰਕ ਤੌਰ ਤੇ ਲੋਕਾਂ ਦੇ ਵਿੱਚ ਉਭਾਰ ਆਇਆ ਹੋਇਆ ਸੀਗਾ ਇਹੋ ਜਿਹਾ ਕਿ ਨਹੀਂ, ਬਦਲਾਅ ਦੀ ਲੋੜ ਹੈ, ਬਦਲਾਅ ਦੀ ਇੱਕ ਲੋੜ। ਬਦਲਾਅ ਦੀ ਲੋੜ ਆ। ਉਹ ਬਦਲਾਅ ਦੀ ਲੋੜ ਕਿੱਥੋਂ ਪੈਦਾ ਹੋਈ ਸੀ ਕਿ ਉਹਨਾਂ ਦੇ ਸਲੋਗਨ ਬੜੇ ਸਪਸ਼ਟ ਹੈਗੇ ਹਨ, ਔਰ ਇਸੇ ਤਰ੍ਹਾਂ ਇਹਨਾਂ ਨੂੰ ਸਪਸ਼ਟ ਸਲੋਗਨਸ ਦੇ ਨਾਲ ਸਪਸ਼ਟ ਪ੍ਰੋਗਰਾਮ ਲੈ ਕੇ ਕਿ ਆਰਥਿਕ ਫੀਲਡ ਦੇ ਵਿੱਚ ਲੋਕ ਕਹਿੰਦੇ ਸਾਰਾ ਕੁਝ ਵੇਚਿਆ ਜਾ ਰਿਹਾ, ਤੁਹਾਡਾ ਕੀ ਜਵਾਬ ਹੈ ਉਹਦੇ ਬਾਰੇ ਹੈ ਨਾ। ਔਰ ਜਿਹੜੀ ਨੈਸ਼ਨਲ ਪ੍ਰਾਪਰਟੀ ਹੈਗੀ ਆ ਉਹ ਹੜੱਪੀ ਜਾ, ਤੁਹਾਡਾ ਕੀ ਬਰੋ। ਔਰ ਇਸੇ ਤਰ੍ਹਾਂ ਜਿਹੜੇ ਅਧਿਕਾਰ ਹੈਗੇ ਆ ਉਹ ਘਟਾਏ ਜਾ ਰਹੇ ਸੂਬਿਆਂ ਦੇ ਵਿੱਚ, ਜਿਹੜਾ ਨਾ ਉਹ ਬੜੀ ਬੇਚੈਨੀ ਕਿਸਮ ਦੀ ਹਾਲਤ ਨਜ਼ਰ ਆ ਰਹੀ ਆ ਕਿ ਸਾਡੇ ਅਧਿਕਾਰ ਸੁਪੜਦੇ ਜਾ ਰਹੇ ਆ। ਉਹਦੇ ਬਾਰੇ ਇਹਨਾਂ ਦਾ ਕੀ ਪ੍ਰੋਗਰਾਮ ਹੈਗਾ। ਇਸ ਤਰ੍ਹਾਂ ਸਾਡੀਆਂ ਜ਼ੁਬਾਨਾਂ ਹੈਗੀਆਂ, ਸਾਡੀਆਂ ਬੋਲੀਆਂ ਹੈਗੀਆਂ, ਸਾਡਾ ਸੱਭਿਆਚਾਰ ਹੈ, ਐਜੂਕੇਸ਼ਨ ਸਿਸਟਮ ਹੈ, ਉਹਦੇ ਪ੍ਰਤੀ ਕੀ ਰਵੱਈਆ ਹੈਗਾ ਆ, ਉਹ ਉਭਾਰਨ ਦੀ ਜ਼ਰੂਰਤ ਹੈਗੀ। ਜੇ ਟਾਈਮ ਹੈਗਾ ਇਹਨਾਂ ਦੇ ਕੋਲ ਬੜਾ ਕਾਫੀ ਪਿਆ ਹੈਗਾ ਆ, 2024 ਆਉਣ ਦੇ ਵਿੱਚ ਜੇ ਸਮਾਂ ਹੈਗਾ ਆ, ਔਰ ਉਹਦੇ ਵਿੱਚ ਆਪਣੀ ਪ੍ਰੋਜੈਕਸ਼ਨ ਦੇ ਸਕਦੇ ਆ। ਫਿਰ ਦੂਜੀਆਂ ਰੀਜਨਲ ਪਾਰਟੀਆਂ ਦਾ ਇੱਕ ਬੜਾ ਵੱਡਾ ਫਰੰਟ ਬਣਾਉਣ ਦੇ ਜੇ ਸਮਰੱਥ ਹੋਣਗੇ ਇਹ, ਤਾਂ ਦੇਸ਼ ਦੇ ਵਿੱਚ ਬਦਲਾਅ ਆਉਣ ਦੀਆਂ ਸੰਭਾਵਨਾਵਾਂ ਹੋ ਸਕਦੀਆਂ। ਕੱਲੀ ਪਾਰਟੀ ਇਸ ਵੇਲੇ ਅਲਟਰਨੇਟਿਵ ਪੇਸ਼ ਕਰਨ ਦੇ ਸਮਰੱਥ ਨਹੀਂ ਹੈ, ਜਿੰਨੀ ਦੇਰ ਇਹ ਰੀਜਨਲ ਪਾਰਟੀਆਂ ਨੂੰ ਜਿਹੜੀਆਂ ਆਪਣੇ ਸਪਸ਼ਟ ਸਟੈਂਡ ਤੇ ਖੜੀਆਂ ਉਹਨਾਂ ਨੂੰ ਨਾਲ ਜੋੜਨ ਦੇ ਕਾਬਲ ਨਹੀਂ ਹੁੰਦੇ ਜਾਂ ਸਟ੍ਰੈਟਜੀ ਨਹੀਂ ਬਣਾਉਂਦੇ, ਉਨੀ ਦੇਰ ਬਦਲਾਅ ਦਾ ਜਿਹੜਾ ਨਾ, ਆ ਬਦਲਾਅ ਲੋਕ ਚਾਹੁੰਦੇ ਆ, ਔਰ ਉਹਨਾਂ ਨੂੰ ਦਿਖਾਈ ਦੇਣਾ ਚਾਹੀਦਾ। ਹੋ ਰਿਹਾ ਸੰਖੇਪ ਆਪਣਾ ਸਮਾਂ ਸਮਾਪਤ ਹੋ ਰਿਹਾ। ਹਾਂ, ਉਹ ਪ੍ਰੈਕਟਿਸ ਦੇ ਵਿੱਚ ਦਿਖਾਈ ਦੇਣਾ ਚਾਹੀਦਾ, ਫਿਰ ਲੋਕ ਉਹਨੂੰ ਅਡਾਪਟ ਕਰਨਗੇ। ਇੱਥੇ ਹੀ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੋ ਰਿਹਾ। ਦੋਸਤੋ, ਜਿਹੜੇ ਤੁਸੀਂ ਦੋਸਤ ਸਾਡੇ ਨਾਲ ਜੁੜੇ, ਉਹਨਾਂ ਨੂੰ ਜੇ ਪ੍ਰੋਗਰਾਮ ਦੋਸਤੋ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਜ਼ਰੂਰ ਕਰਨਾ, ਔਰ ਆਪਣੇ ਦੋਸਤਾਂ ਨਾਲ ਇਸ ਨੂੰ ਸ਼ੇਅਰ ਵੀ ਕਰਨਾ, ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੇ ਚਾਨਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਸ਼ੁਕਰੀਆ। ਇੱਥੇ ਹੀ ਅੱਜ ਸਾਰੇ ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ।